वाहिगुरू जी का खालसा वाहिगुरू जी की फतेह। सो अज दे इस ईवेंट संबंधी तुहाडे की विचार ने सिंह साहब? ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵੱਲੋਂ ਸਾਕਾ ਨਨਕਾਣਾ ਸਾਹਿਬ ਦੀ ਯਾਦ ਵਿੱਚ, ਕਿਉਂਕਿ ਉਸ ਦੀ ਸ਼ਤਾਬਦੀ ਆਪਾਂ ਮਨਾ ਰਹੇ ਹਾਂ ਔਰ 100 ਵਰ੍ਹੇ ਉਸ ਨੂੰ ਮੁਕੰਮਲ ਹੋ ਗਏ ਨੇ। ਤਕਰੀਬਨ 20 ਫਰਵਰੀ 1921 ਵਿੱਚ ਸਾਕਾ ਵਾਪਰਿਆ ਸੀ ਗੁਰਦੁਆਰਾ ਸੁਧਾਰ ਲਹਿਰ ਦੇ ਪਰਿਪੇਖ ਵਿੱਚ। ਸੋ ਅੱਜ ਗੁਰਦੁਆਰਾ ਕਮੇਟੀ ਵੱਲੋਂ ਸੈਮੀਨਾਰ ਆਯੋਜਿਤ ਕੀਤਾ ਗਿਆ। ਦਾਸ ਨੂੰ ਉਹਦੇ ਵਿੱਚ ਵਿਚਾਰ ਰੱਖਣ ਲਈ ਕਮੇਟੀ ਵੱਲੋਂ ਆਗਿਆ ਹੋਈ ਹੈ ਅਤੇ ਮੈਂ ਇਹ ਸਮਝਦਾ ਹਾਂ ਕਿ ਕਿਸੇ ਵੀ ਗੁਰਦੁਆਰਾ ਦੇ ਪ੍ਰਬੰਧ ਵਿੱਚ ਪੁਜਾਰੀ ਔਰ ਪ੍ਰਬੰਧਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੀ। ਔਰ ਜੇ ਪੁਜਾਰੀ ਅਤੇ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਤੋਂ ਅਵੇਸਲੇ ਹੋ ਜਾਣ ਅਤੇ ਫਿਰ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਸਿੱਖ ਕੌਮ ਨੂੰ ਇੰਨਾ ਲੰਮਾ ਸਮਾਂ ਸਦੀਆਂ ਤੀਕਰ ਇਕੱਠੇ ਰੱਖਣ ਔਰ ਉਹਨਾਂ ਦਾ ਵਿਲੱਖਣ ਸਰੂਪ ਅੱਡਰੀ ਹਸਤੀ ਕਾਇਮ ਰੱਖ ਕੇ ਕੌਮ ਦੇ ਰੂਪ ਵਿੱਚ ਵਿਚਰਨ ਲਈ ਗੁਰਦੁਆਰਾ ਸਾਹਿਬਾਨ ਦੀ ਬਹੁਤ ਵੱਡੀ ਭੂਮਿਕਾ ਹੈ ਔਰ ਇਹ ਸਾਡਾ ਬਹੁਤ ਵੱਡਾ ਇੰਸਟੀਟਿਊਸ਼ਨ ਹੈ। 100 ਸਾਲ ਬੀਤ ਗਏ ਗੁਰਦੁਆਰਾ ਸੁਧਾਰ ਲਹਿਰ ਨੂੰ। ਅੱਜ ਫਿਰ ਦੂਸਰੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਜ਼ਰੂਰਤ ਹੈ ਔਰ 100 ਸਾਲ ਦੇ ਬੀਤੇ ਸਮੇਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ ਕਿ ਅੱਜ ਦੇ ਯੁੱਗ ਵਿੱਚ ਗੁਰਦੁਆਰਾ ਸਾਹਿਬਾਨ ਦਾ ਕੀ ਰੋਲ ਹੈ ਐਜ਼ ਐਨ ਇੰਸਟੀਟਿਊਸ਼ਨ। ਗੱਲ ਇਹ ਵੀ ਬੜੀ ਉੱਠਦੀ ਹੈ ਵੀ ਤੁਸੀਂ ਕਿਉਂ ਸਮਝਦੇ ਹੋ ਵੀ ਸਮੀਖਿਆ ਕਰਨ ਦੀ ਕਿਉਂ ਲੋੜ ਹੈ? ਮਤਲਬ ਇਹ 100 ਸਾਲਾਂ ਦੀ ਜੇ ਪੜਚੋਲ ਕਰੀਏ ਅੱਜ ਕਿਉਂ ਲੋੜ ਪੈ ਗਈ ਹੈ ਸਮੀਖਿਆ ਕਰਨ ਦੀ? ਅਰਜ਼ ਇਹ ਹੈ, ਇੱਕ ਤਾਂ 100 ਸਾਲ ਦਾ ਸਮਾਂ ਬੜਾ ਲੰਮਾ ਹੁੰਦਾ ਹੈ ਜੀ। ਇੱਕ ਅੱਜ ਜਿਹੜਾ ਸਿੱਖ ਧਰਮ ਹੈ ਉਹ ਵਿਸ਼ਵ ਧਰਮ ਦੇ ਰੂਪ ਵਿੱਚ ਸਥਾਪਿਤ ਹੋ ਚੁੱਕਿਆ ਹੈ। ਜਿਹੜੀਆਂ 100 ਸਾਲ ਪਹਿਲਾਂ ਚੁਣੌਤੀਆਂ ਸੀ ਸਿੱਖਾਂ ਦੇ ਸਾਹਮਣੇ ਜਾਂ ਸਿੱਖ ਧਰਮ ਦੇ ਸਾਹਮਣੇ, ਅੱਜ ਉਸ ਤੋਂ ਵਿਪਰੀਤ ਪਰਿਸਥਿਤੀਆਂ ਨੇ। ਇਸ ਲਈ ਜਿਸ ਕਿਸਮ ਦੀਆਂ ਸਥਿਤੀਆਂ ਹੋਣ ਉਹ ਉਸ ਸਥਿਤੀ ਦੇ ਅਨੁਕੂਲ ਤੁਹਾਡੀ ਜਵਾਬਦੇਹੀ ਬਣਦੀ ਹੈ। ਰਿਸਪੌਂਸਿਸ ਜਿਹੜੇ ਨੇ ਉਹਦੇ ਮੁਤਾਬਕ ਤੁਸੀਂ ਲੱਭਣੇ ਹੁੰਦੇ ਨੇ। ਇਸ ਵਾਸਤੇ ਅੱਜ ਦੇ ਤੇਜ਼ ਤਰਾਰ ਯੁੱਗ ਦੇ ਵਿੱਚ ਗੁਰਦੁਆਰਾ ਸਾਹਿਬਾਨ ਦਾ ਸੰਸਥਾ ਦੇ ਰੂਪ ਵਿੱਚ ਕੀ ਰੋਲ ਹੈਗਾ, ਇੱਕ ਟਕਸਾਲ ਦੇ ਰੂਪ ਵਿੱਚ ਕੀ ਰੋਲ ਹੈ, ਇੱਕ ਸੈਮੀਨਰੀ ਦੇ ਰੂਪ ਵਿੱਚ ਕੀ ਰੋਲ ਹੈ, ਇਸ ਦੀ ਮੈਂ ਸਮਝਦਾ ਪੁਨਰ ਅਵਲੋਕਨ ਹੋਣਾ ਚਾਹੀਦਾ ਔਰ ਸਾਨੂੰ ਸਾਰੀ ਜਿਹੜੀ ਆਪਣੀ ਧਾਰਮਿਕ ਦ੍ਰਿਸ਼ਟੀ ਦੀ ਲੋੜ ਵਿੱਚ ਇਹ ਸਾਰੀ ਨੀਤੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਦੀ ਉਹ ਪੁਨਰ ਜਿਹੜੀ ਹੈ ਉਹਦੀ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਔਰ ਉਹਨੂੰ ਸਥਾਪਿਤ ਕਰਨਾ ਚਾਹੀਦਾ ਮੁੱਢੋਂ। ਵਾਹਿਗੁਰੂ ਜੀ ਕੀ ਫਤਿਹ। ਸਰਾਭਾ ਨਗਰ ਗੁਰਦੁਆਰਾ ਸਾਹਿਬ ਸਮੂਹ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜਿਸ ਨੇ ਇੱਕ ਇਤਿਹਾਸ ਦੇ ਇੱਕ ਇੰਪੋਰਟੈਂਟ ਮਾਈਲਸਟੋਨ 100 ਸਾਲਾ ਸਾਕਾ ਨਨਕਾਣਾ ਸਾਹਿਬ ਸਮੇਂ ਇੱਕ ਅੱਜ ਗੋਸ਼ਟੀ ਦਾ ਪ੍ਰਬੰਧ ਰੱਖਿਆ ਹੈ। ਮੈਂ ਸੋਚਦਾ ਵੀ ਇਤਿਹਾਸ ਨਾਲ ਜਿੰਨਾ ਜ਼ਿਆਦਾ ਅਸੀਂ ਜੁੜਾਂਗੇ ਉਨੀ ਸਾਨੂੰ ਪ੍ਰੇਰਨਾ ਮਿਲੇਗੀ। ਇਤਿਹਾਸ ਅਤੇ ਬਾਣੀ ਇਹ ਸਾਡੇ ਦੋ ਥੰਬ ਨੇ। ਬਾਣੀ ਵਿੱਚ ਇਤਿਹਾਸ ਦਾ ਜ਼ਿਕਰ ਹੈ ਅਤੇ ਇਤਿਹਾਸ ਦੇ ਵਿੱਚ ਜੋ ਕੁਰਬਾਨੀਆਂ ਹੋਈਆਂ ਨੇ ਗੁਰਬਾਣੀ ਦੀ ਓਟ ਆਸਰੇ ਨਾਲ ਗੁਰਸਿੱਖਾਂ ਨੇ ਕੀਤੀਆਂ ਨੇ, ਉਹ ਕਿਆ ਕਮਾਲ ਹੈ ਕਿ ਇੰਨੀ ਵੱਡੀ ਮਾਈਟੀ ਤਾਕਤ ਦੇ ਨਾਲ ਚੰਦ ਕੁ ਗੁਰਸਿੱਖਾਂ ਦੀ ਹਿੰਮਤ ਦੇ ਨਾਲ ਉਸ ਵੇਲੇ ਸਾਡੇ ਗੁਰਦੁਆਰੇ ਆਜ਼ਾਦ ਹੋਏ। ਔਰ ਮੈਂ ਇਸ ਨੂੰ ਇੱਕ ਲੜੀ 'ਚ ਦੇਖ ਰਿਹਾ ਕਿ ਜੇ 100 ਸਾਲ ਦੇ ਇਤਿਹਾਸ ਵਿੱਚ ਦੇਖੀਏ ਤਾਂ ਅਸੀਂ ਬਹੁਤ ਚੜ੍ਹਦੀ ਕਲਾ ਵਿੱਚ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਅੱਜ ਬਹੁਤ ਧੰਨਵਾਦੀ ਹੈ ਪ੍ਰੋਫੈਸਰ ਸਰਬਜੀਤ ਸਿੰਘ ਜੀ ਦਾ, ਸਰਦਾਰ ਬੀਰ ਦਵਿੰਦਰ ਸਿੰਘ ਜੀ ਦਾ, ਜਿਹੜੇ ਕਿ ਸਾਡੇ ਸੁਨੇਹੇ 'ਤੇ ਸਾਡੀ ਬੇਨਤੀ 'ਤੇ ਅੱਜ ਗੁਰਦੁਆਰਾ ਸਾਹਿਬ ਪੁੱਜੇ ਹਨ। ਸਾਬਕਾ ਡਿਪਟੀ ਸਪੀਕਰ ਰਹਿ ਚੁੱਕੇ ਹਨ ਬੀਰ ਦਵਿੰਦਰ ਸਿੰਘ ਜੀ, ਇਹਨਾਂ ਦੀ ਇੰਟਰੋਡਕਸ਼ਨ ਦੀ ਕੋਈ ਲੋੜ ਨਹੀਂ ਹੈ। ਮੈਂ ਇਹ ਸਮਝਦਾ ਹਾਂ ਕਿ ਅੱਜ ਸਾਕਾ ਨਨਕਾਣਾ ਸਾਹਿਬ ਦੇ ਉੱਤੇ ਜਿਹੜਾ ਅਸੀਂ ਸੈਮੀਨਾਰ ਕਰਵਾ ਰਹੇ ਹਾਂ ਉਹ ਬੜਾ ਕਾਮਯਾਬ, ਸਾਨੂੰ ਉਮੀਦ ਹੈ ਕਿ ਬੜਾ ਕਾਮਯਾਬ ਹੋਏਗਾ। ਮੈਂ ਆਪਣੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਈ ਦਿਨਾਂ ਤੋਂ
ਮਿਹਨਤ ਕੀਤੀ ਹੈ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਦੀ। ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਰਿਆਂ ਦੇ ਵਿੱਚ ਬੜਾ ਵਧੀਆ ਸੁਨੇਹਾ ਲੈ ਕੇ ਜਾਏਗਾ, ਤਾਂ ਕਿ ਸਾਨੂੰ ਆਪਣੀ ਇੱਕ ਵਿਰਾਸਤ ਦਾ, ਇੱਕ ਪਿੱਛੇ ਸਾਡਾ ਵਿਰਸੇ ਦਾ ਪਤਾ ਲੱਗੇ ਕਿ ਅਸੀਂ ਕੀ ਕਰਦੇ ਆਏ ਹਾਂ ਤੇ ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਉਹਦਾ ਕੀ ਰੋਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਾਹਿਬ ਵਿੱਚ ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ, ਜੋ ਕਿ ਅਸੀਂ ਆਉਣ ਵਾਲੇ ਸਮੇਂ 'ਚ 22 ਮਨਾ ਰਹੇ ਹਾਂ, ਲੇਕਿਨ ਉਹਦੇ ਮੁਤਲਕ ਜਿਹੜਾ ਸੈਮੀਨਾਰ ਅੱਜ ਅਸੀਂ 14 ਵਾਰ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਹੈ। ਸੈਮੀਨਾਰ ਕਰਨ ਦਾ ਮਕਸਦ ਹੀ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਔਰ ਬੱਚਿਆਂ ਨੂੰ ਪਤਾ ਲੱਗੇ ਕਿ ਸਾਕਾ ਕੋਈ ਨਨਕਾਣਾ ਸਾਹਿਬ ਵਿੱਚ ਸਾਕਾ ਹੋਇਆ ਸੀ, ਕੀ ਮਕਸਦ ਸੀ, ਕਿਸ ਤਰ੍ਹਾਂ ਉਹਨਾਂ ਸੇਵਾ ਸੰਭਾਲ ਵਾਸਤੇ, ਕਿਸ ਤਰ੍ਹਾਂ ਸਾਡੇ ਸਿੰਘਾਂ ਨੇ ਕਿਸ ਤਰ੍ਹਾਂ ਉੱਥੇ ਝੂਝ ਕੇ ਕਿਸ ਤਰ੍ਹਾਂ ਕਬਜ਼ੇ ਗੁਰਦੁਆਰਾ ਸਾਹਿਬ ਤੋਂ ਕਬਜ਼ਾ ਲਿਆ। ਅਤੇ ਇਸ ਦਾ ਮੇਨ ਮਕਸਦ ਇਹੀ ਆ ਕਿ ਬੱਚਿਆਂ ਨੂੰ ਸਮਝ ਲੱਗੇ, ਜਿਨ੍ਹਾਂ ਨੂੰ ਨਹੀਂ ਪਤਾ ਇਸ ਬਾਰੇ, ਕਈਆਂ ਸਾਡੇ ਵੱਡਿਆਂ ਨੂੰ ਵੀ ਨਹੀਂ ਪਤਾ ਕਿ ਸਾਕਾ ਨਨਕਾਣਾ ਸਾਹਿਬ ਕੀ ਹੈ। ਮੈਂ ਹੁਣੇ ਹੀ ਜਦੋਂ ਅਸੀਂ ਰੱਖਣ ਲੱਗੇ ਉਸ ਵੇਲੇ ਪਤਾ ਚੱਲਿਆ, ਇਸ ਕਈਆਂ ਨੂੰ ਪਤਾ ਹੀ ਨਹੀਂ ਵੀ ਸਾਕਾ ਨਨਕਾਣਾ ਸਾਹਿਬ ਹੋਇਆ ਸੀਗਾ। ਸੋ ਇਸ ਦਾ ਮਕਸਦ ਮੇਨ ਇਹ ਸੀਗਾ, ਇਹੀ ਹੈ ਕਿ ਸੈਮੀਨਾਰ ਕਰਾਵੇ। ਗੁਰਦੁਆਰਾ ਸਾਹਿਬ ਵਿਖੇ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਮਿਲ ਕੇ ਇਹ ਪ੍ਰੋਗਰਾਮ ਕਰਨੇ ਚਾਹੀਦੇ ਆ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कबीर मोहे मरने का चाओ है, मरो तहर के द्वार, मत हर पूछे कौन है, पर आनंद गुणी निधान, गुरु गरीबन वार, गरीबन वार, गरीबन वार। जीवत मरे मर मार न सवारे, जीवत मरे मर मार न सवारे, जीवत मरे मर मार सवारे, जीवत मरे मर मार न सवारे। गुर के शब्द साच उरतारे, गुर के शब्द साच उरतारे, जीवत मरे मर मार न सवारे, जीवत मरे मर मार। ਕੁਝ ਸ਼ਬਦ ਮੈਂ ਕਹਿਣਾ ਚਾਹਾਂਗੀ। ਆਖਦੇ ਨੇ ਕਿਸੇ ਵੀ ਧਰਮ ਦਾ ਇਤਿਹਾਸ ਉਸ ਧਰਮ ਦੀ ਬੁਨਿਆਦ ਹੁੰਦੀ ਹੈ, ਤੇ ਜੇ ਧਰਮ ਦੀ ਬੁਨਿਆਦ ਵਿੱਚ ਸ਼ਹੀਦਾਂ ਦੇ ਖੂਨ ਨਾਲ ਰੰਗੀਆਂ ਇੱਟਾਂ ਦੀ ਨੀਂਹ ਰੱਖ ਦਿੱਤੀ ਜਾਵੇ ਤਾਂ ਉਸ ਧਰਮ ਦੀ ਇਮਾਰਤ ਬਾਰੇ ਦੱਸਣ ਦੀ ਲੋੜ ਨਹੀਂ ਪੈਂਦੀ, ਬਲਕਿ ਉਹਨਾਂ ਸ਼ਹੀਦਾਂ ਕਰਕੇ ਹੀ ਧਰਮ ਆਪਣੀ ਵੱਖਰੀ ਹੋਂਦ ਤੇ ਪਹਿਚਾਨ ਬਣਾ ਲੈਂਦਾ। ਇੱਕ ਇਹੋ ਜਿਹਾ ਹੀ ਇਤਿਹਾਸ ਜਦੋਂ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਖੂਨ ਦੀ ਹੋਲੀ ਖੇਡੀ ਗਈ, ਜ਼ਾਲਮਾਂ ਦੀ ਤਲਵਾਰਾਂ ਅਤੇ ਬੰਦੂਕਾਂ ਉਹਨਾਂ ਦੇ ਅੱਗੇ ਗੁਰੂ ਘਰ ਦੀ ਮਰਿਆਦਾ ਨੂੰ ਵੇਖਦਿਆਂ ਹੋਇਆਂ ਆਪਣੇ ਸੀਨੇ ਢਾਲ ਬਣਾ ਕੇ ਆਪਣੇ ਆਪ ਨੂੰ ਸਦਾ ਵਾਸਤੇ ਗੁਰੂ ਨਾਨਕ ਦੀ ਨਗਰੀ ਵਿੱਚ ਅਮਰ ਕਰ ਦਿੱਤਾ, ਜੋ ਸੀ ਸਾਕਾ ਨਨਕਾਣਾ ਸਾਹਿਬ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਹਨਾਂ ਸ਼ਹੀਦਾਂ ਦੀ ਹੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਆਖਦਾ ਹੈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਸੋ ਵਾਰੇ ਨਿਆਰੇ ਜਾਈਏ ਆਪਣੇ ਸਿੱਖੀ ਧਰਮ ਤੋਂ ਤੇ ਅਸੀਂ ਵਧਾਂਗੇ ਆਪਣੇ ਸੈਮੀਨਾਰ ਵੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਫਿਰ ਕਿਰਪਾ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੰਨੀ ਸ਼ਾਨਦਾਰ ਸ਼ਹਾਦਤ ਦਾ 100 ਸਾਲਾਂ ਦਾ ਜ਼ਿਕਰ ਕਰਨ ਚੱਲੇ ਆ ਤੇ ਮਨ ਵਿੱਚ ਉਹ ਉਤਸ਼ਾਹ ਹੋਣਾ ਬੜਾ ਜ਼ਰੂਰੀ ਹੈ। ਹਿਊਮਨ ਮਾਈਂਡ ਦੀ ਇੱਕ ਵੀਕਨੈਸ ਹੈ ਸੰਗਤ ਜੀ, ਇਹ ਜਿਹਨੂੰ ਮਨ ਨੂੰ ਅਸੀਂ ਬੜਾ ਬਲਵਾਨ ਸਮਝਦੇ ਹਾਂ, ਅਸਲ 'ਚ ਕਮਜ਼ੋਰ ਹੈ ਬੜਾ। ਇਹਨੂੰ ਤੁਸੀਂ ਜਿੱਧਰ ਲਾ ਲੋਗੇ ਲੱਗ ਜਾਂਦਾ ਜੀ। ਜੇ ਬੜਾ ਆਲਸ ਆਂਦਾ ਹੋਵੇ ਨਾ ਤੇ ਤੁਸੀਂ ਮਨ ਨੂੰ ਕਹੋ ਨਹੀਂ ਨਹੀਂ 5 ਮਿੰਟ ਮੈਂ ਇਹ ਕੰਮ ਕਰਨਾ, ਉਸ ਤੋਂ ਬਾਅਦ ਮੈਂ ਆ ਕੇ ਆਲਸ ਕਰਾਂਗਾ, ਸੋ ਜਾਵਾਂਗਾ। ਐਂਡ ਵਾਂਸ ਯੂ ਸਟਾਰਟ 5 ਮਿੰਟ ਤੇ ਫਿਰ 50 ਮਿੰਟ ਵੀ ਹੋ ਜਾਂਦੇ ਨੇ। ਇਹ ਜਿਹੜਾ ਸਾਡਾ ਮਾਈਂਡ ਹੈ ਇਹ ਰਿਐਲਿਟੀ ਤੇ ਇਮੇਜਿਨੇਸ਼ਨ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਕਰ ਪਾਉਂਦਾ ਜੀ। ਇਹ ਸਾਈਕੋਲੋਜਿਸਟ ਵੀ ਕਹਿੰਦੇ ਨੇ, ਨਿਊਰੋ ਸਾਇੰਟਿਸਟ ਵੀ ਇਹ ਮੰਨਦੇ ਨੇ ਕਿ ਸਾਡਾ ਮਾਈਂਡ ਰਿਐਲਿਟੀ ਤੇ ਇਮੇਜਿਨੇਸ਼ਨ ਵਿੱਚ ਜ਼ਿਆਦਾ ਫਰਕ ਨਹੀਂ ਕਰ ਪਾਉਂਦਾ ਜੀ। ਸਾਡਾ ਸਿੱਖ ਇਤਿਹਾਸ ਤੇ ਅੱਜ ਦਾ ਜਿਹੜਾ ਸਾਕਾ ਨਨਕਾਣਾ ਸਾਹਿਬ ਦੀ ਜਦੋਂ ਗੱਲ ਅਸੀਂ ਕਰਦੇ ਹਾਂ, ਮੈਨੂੰ ਇਹ ਗੱਲ ਬੜੀ ਪ੍ਰਤੱਖ ਨਜ਼ਰ ਆਉਂਦੀ। ਮੈਂ ਆਪਣੀ ਗੱਲ ਨੂੰ ਸਮੇਂ ਦੇ ਹਿਸਾਬ ਨਾਲ 3 ਹਿੱਸਿਆਂ 'ਚ ਵੰਡਿਆ। ਸਾਕਾ ਨਨਕਾਣਾ ਸਾਹਿਬ ਤੋਂ ਪਹਿਲਾਂ ਦਾ ਸਮਾਂ, ਸਾਕੇ ਦੀ ਬਿਰਤਾਂਤ, ਤੇ ਤੀਸਰਾ ਹੈ ਅੱਜ ਸਾਡਾ ਯੋਗਦਾਨ, ਅੱਜ ਅਸੀਂ ਕੀ ਕਰਨਾ। ਸੰਗਤ ਜੀ ਯਾਦ ਕਰੀਏ, ਜੇ ਜ਼ਿਆਦਾ ਪਿੱਛੇ ਨਾ ਜਾਵਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਦਾ ਸਮਾਂ 1708 ਦਾ ਹੈ। ਉਸ ਤੋਂ ਬਾਅਦ ਸਿਰਫ 8 ਸਾਲਾਂ ਦੇ ਵਿੱਚ, ਸਿਰਫ 8 ਸਾਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਾਰਾ ਸੀਨ ਬਦਲ ਗਿਆ। ਵਜ਼ੀਰ ਖਾਂ, ਸਰਹੰਦ, ਪੰਜਾਬ ਤੇ ਮੁਗਲ ਕਿੱਥੋਂ ਚੱਲ ਕੇ ਆ ਕੇ ਜਿਹੜੀਆਂ ਲੜਾਈਆਂ ਹੋਈਆਂ, ਮੈਂ ਉਹਦੇ ਵਿਸਤਾਰ 'ਚ ਨਹੀਂ ਜਾਂਦਾ। ਸਿਰਫ 8 ਸਾਲ ਦੇ ਵਿੱਚ ਸਾਰਾ ਸਮਾਂ ਬਦਲ ਗਿਆ। ਅਸੀਂ ਬਦਲੇ ਵੀ ਲੈ ਲਏ, ਅਸੀਂ ਨਵਾਂ ਨਿਜ਼ਾਮ ਵੀ ਸਥਾਪਿਤ ਕਰ ਦਿੱਤਾ। ਆ ਕਿਰਸਾਨੀ ਮੋਰਚੇ ਚੱਲ ਰਹੇ ਨੇ, ਪਹਿਲੀ ਵਾਰੀ ਜ਼ਮੀਨਾਂ ਦੇ ਹੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੇ ਸਿਰਫ 8 ਸਾਲ ਦੇ ਸਮੇਂ ਵਿੱਚ, ਕਿਉਂਕਿ 1716 ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੈ। ਪਰ ਇਹ ਖਤਮ ਨਹੀਂ ਹੋਇਆ। ਇਸ ਤੋਂ ਬਾਅਦ ਵੀ 60-70 ਸਾਲ ਮੰਨਿਆ ਜਾਂਦਾ ਹੈ ਕਿ ਸਾਡਾ ਇਤਿਹਾਸ ਡਾਢਾ ਔਖਾ ਸੀ। ਅੰਗਰੇਜ਼ ਇਹ ਜਾਣ ਚੁੱਕਾ ਸੀ ਕਿ ਸਿੱਖ ਦੀ ਚੜ੍ਹਦੀ ਕਲਾ ਦਾ ਸੋਮਾ ਗੁਰਦੁਆਰਾ ਹੈ। ਕਿਸੇ ਤਰੀਕੇ ਸਾਡੇ ਕਬਜ਼ੇ 'ਚ ਆ ਜਾਏ ਗੁਰਦੁਆਰਾ, ਫਿਰ ਸਿੱਖ ਸਾਡੇ ਕਬਜ਼ੇ 'ਚ। ਔਰ ਇਹ ਕਰਦੇ ਕਰਦੇ ਉਹਨੇ ਇੱਥੋਂ ਤੱਕ ਕਿ ਦਰਬਾਰ ਸਾਹਿਬ ਤਾਂ ਸੀ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਮਹੰਤ ਦੇ ਨਾਲ ਐਸੀ ਗੰਢ ਤੁਪ ਕਰ ਲਈ ਕਿ ਉਹ ਇੱਕ ਤਰ੍ਹਾਂ ਦਾ ਅੰਗਰੇਜ਼ ਸਰਕਾਰ ਦੇ ਕਬਜ਼ੇ ਦੇ ਵਿੱਚ ਹੋ ਗਏ। ਔਰ ਉਹ ਮਹੰਤਾਂ ਨੇ ਉੱਥੇ ਅਯਾਸ਼ੀ ਕਰਨੀ ਸ਼ੁਰੂ ਕੀਤੀ, ਨਾਚ ਕਰਾਣੇ ਸ਼ੁਰੂ ਕੀਤੇ, ਸ਼ਰਾਬਾਂ ਪੀਣੀਆਂ ਸ਼ੁਰੂ ਕੀਤੀ। ਗੁਰੂ ਕੇ ਸਿੱਖ ਬੜੇ ਪਰੇਸ਼ਾਨ ਸਨ। ਹੁਣ ਸਾਕੇ ਦੀ ਗੱਲ ਆ ਗਈ, ਸਿੰਘ ਜਾਂਦੇ ਨੇ ਉੱਥੇ, ਉਹ ਆਪਣੀ ਮਿੱਥੀ ਚਾਲ ਦੇ ਨਾਲ ਲਛਮਣ ਸਿੰਘ ਧਾਰੋਵਾਲ, ਬੜੇ ਜੀਵਨ ਵਾਲੇ ਗੁਰਸਿੱਖ, ਉਹਨਾਂ ਦੀ ਅਗਵਾਈ ਵਿੱਚ ਜਾਂਦੇ ਨੇ ਔਰ ਉਹ ਉੱਥੇ ਉਹਨਾਂ ਨੂੰ ਮਾਰ ਦਿੰਦੇ। ਤਾਰਾਂ ਉਦੋਂ ਅੱਜ ਕੱਲ੍ਹ ਜੇ ਅਸੀਂ ਮੋਬਾਈਲ ਤੇ ਭੇਜਦੇ ਆ ਨਾ, ਨੈਟਵਰਕ ਬੰਦ ਕਰ ਦਿੰਦੀ ਸਰਕਾਰ ਜਦੋਂ ਚਾਹੁੰਦੀ ਹੈ ਵੀ ਨਾ ਸੂਚਨਾ ਜਾਵੇ, ਉਦੋਂ ਤਾਰਾਂ ਭੇਜੀਆਂ ਜਾਂਦੀਆਂ ਸੀ। ਤਾਰਾਂ ਭੇਜੀਆਂ ਗਈਆਂ ਔਰ ਇੱਕ ਐਸੀ ਇਤਿਹਾਸਕ ਸ਼ਖਸੀਅਤ, ਮੈਂ ਸੋਚਦਾ ਇੱਕ ਸੈਮੀਨਾਰ ਕੱਲਾ ਕਰਤਾਰ ਸਿੰਘ ਝੱਬਰ ਦੀ ਜੀਵਨੀ ਤੇ ਹੋਣਾ ਚਾਹੀਦਾ। ਜਿਸ ਸਮੇਂ ਕਰਤਾਰ ਸਿੰਘ ਝੱਬਰ ਪਹੁੰਚੇ ਨੇ ਨਨਕਾਣਾ ਸਾਹਿਬ, ਅਰਦਾਸ ਕਰਕੇ ਨਿਕਲ ਚੁੱਕੇ ਨੇ। ਇਧਰੋਂ ਦੀ ਬਾਕੀ ਜਿਹੜੇ ਹੋਰ ਸੀਨੀਅਰ ਸਿੰਘ ਸਨ ਜਾਂ ਉਸ ਵੇਲੇ ਦੇ ਆਗੂ ਸਨ, ਉਹਨਾਂ ਨੇ ਤਾਰਾਂ ਭੇਜੀਆਂ, ਸੁਨੇਹੇ ਭੇਜੇ, ਘੋੜੇ ਭਜਾਏ ਤੇ ਕਿਹਾ ਕਰਤਾਰ ਸਿੰਘ ਝੱਬਰ ਜੀ ਨੂੰ ਕਿ ਅੱਗੇ ਮਹੰਤ ਨੇ, ਹਾਲੀ ਵੀ ਉਹ ਮਸ਼ੀਨ ਗੰਨਾਂ ਜੜੀਆਂ ਹੋਈਆਂ ਨੇ, ਤੁਸੀਂ ਨਾ ਜਾਓ। ਸਾਡਾ ਸਭ ਤੋਂ ਵੱਧ ਕੀਮਤੀ ਖਜ਼ਾਨਾ ਸਾਡੀ ਚੜ੍ਹਦੀ ਕਲਾ ਹੈ। ਸਾਰੇ ਇੱਕ ਵਾਰੀ ਬਖਸ਼ਿਸ਼ ਕਰਨਾ, ਬੋਲਣਾ ਜੀ, ਚੜ੍ਹਦੀ ਕਲਾ। ਇੱਕ ਵਾਰੀ ਫਿਰ ਬੋਲੋ ਜੀ, ਇੱਕ ਵਾਰੀ ਫਿਰ। ਚੜ੍ਹਦੀ ਕਲਾ ਬੋਲ ਕੇ ਕੀ ਆ ਗਿਆ ਜੀ? ਚੜ੍ਹਦੀ ਕਲਾ ਆ ਗਈ। ਜੇ ਮੇਰੀ ਜੇਬ ਦੇ ਵਿੱਚ ਲੱਖ ਰੁਪਈਆ ਹੋਵੇ, ਮੈਂ ਬਾਰ-ਬਾਰ ਦੇਖਾਂਗਾ ਵੀ ਹੈਗਾ ਨਾ, ਵੀ ਬੜੀ ਕੀਮਤੀ ਚੀਜ਼ ਹੈ। ਅਸੀਂ ਧਿਆਨ ਨਾਲ ਰੱਖਦੇ ਹਾਂ ਨਾ, ਅਸੀਂ ਆਪਣੇ ਮਨਾਂ ਵਿੱਚੋਂ, ਨਾ ਆਪਣੇ ਘਰਾਂ ਵਿੱਚੋਂ, ਨਾ ਆਪਣੇ ਸਮਾਜ ਵਿੱਚੋਂ, ਨਾ ਆਪਣੇ ਬੱਚਿਆਂ ਵਿੱਚੋਂ। ਸਾਰਾ ਕੁਝ ਸਾਡਾ ਭਾਵੇਂ ਚਲਾ ਜਾਏ, ਸਾਡੀ ਚੜ੍ਹਦੀ ਕਲਾ ਨਹੀਂ ਜਾਣੀ ਚਾਹੀਦੀ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ
ਯੂਥ ਲਈ ਮੈਂ ਇੱਕ ਲਾਸਟ ਸੁਨੇਹਾ ਬੇਨਤੀ ਕਰਾਂਗਾ ਕਿ ਇਸ ਇੰਟਰਨੈਟ ਦੇ ਯੁੱਗ ਦੇ ਵਿੱਚ ਕੋਸ਼ਿਸ਼ ਕਰੀਏ, ਲੈਟ ਅਸ ਮੇਕ ਇੰਟੈਲੀਜੈਂਟ ਯੂਜ਼ ਆਫ ਇੰਟਰਨੈਟ। ਜਿਹੜੀਆਂ ਕੌਮਾਂ, ਜਿਹੜਾ ਸਮਾਜ, ਜਿਹੜਾ ਯੂਥ ਇੰਟਰਨੈਟ ਦੀ ਵਧੀਆ ਵਰਤੋਂ ਕਰੇਗਾ ਬਹੁਤ ਅੱਗੇ ਨਿਕਲ ਜਾਏਗਾ। ਜਿਹੜਾ ਮਾੜੀ ਵਰਤੋਂ ਕਰੇਗਾ ਤਬਾਹ ਹੋ ਜਾਏਗਾ, ਜਿਹੜਾ ਨਹੀਂ ਵਰਤੋਂ ਕਰੇਗਾ ਪਿੱਛੇ ਰਹਿ ਜਾਏਗਾ। ਇੰਟਰਨੈਟ ਇਜ਼ ਅ ਗ੍ਰੇਟ ਲੈਵਲਰ। ਆਓ ਅਸੀਂ ਸਾਰੇ YouTube ਰਾਹੀਂ ਪੜ੍ਹਾਈ ਕਰੋ, ਤੁਹਾਨੂੰ ਕੋਚਿੰਗ ਕਲਾਸਾਂ ਤੇ ਜਾਣ ਦੀ ਲੋੜ ਹੀ ਨਹੀਂ, ਟਿਊਸ਼ਨਾਂ ਰੱਖਣ ਦੀ ਲੋੜ ਹੀ ਨਹੀਂ। ਟੈਕਨੋਲੋਜੀ ਦਾ ਵੱਧ ਤੋਂ ਵੱਧ ਫਾਇਦਾ ਉਠਾਈਏ, ਆਪਣੇ ਬੱਚਿਆਂ ਨੂੰ, ਆਪ ਵੀ ਇਸ ਲਾਹੇ ਦੇ ਨਾਲ ਆਪਣੀ ਕੌਮ ਨੂੰ ਨਵੇਂ ਅਸੀਂ ਮੁਕਾਮ ਤੇ ਲੈ ਕੇ ਜਾਣਾ ਹੈ। ਵਰਲਡ ਸਾਨੂੰ ਉਡੀਕ ਰਿਹਾ ਜੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਸਾਡੇ ਕੋਲ ਐਸਾ ਖਜ਼ਾਨਾ ਹੈ ਜਿਹਨੂੰ ਅਸੀਂ ਪ੍ਰੈਕਟੀਕਲੀ ਤੌਰ ਤੇ ਸਮਝ ਕੇ ਆਪਣੇ ਜੀਵਨ 'ਚ ਵਸਾਈਏ ਤੇ ਅੱਗੇ ਲੈ ਕੇ ਜਾਈਏ। ਇਹਨੇ ਅੱਖਰਾਂ ਨਾਲ ਖਿਮਾ ਦਾ ਜਾਚਕ ਹਾਂ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ। ਉਹਨਾਂ ਦੇ ਬਹੁਤ ਅੱਛੇ ਵਿਚਾਰ ਸਨ, ਜਿੱਥੋਂ ਉਹਨਾਂ ਨੇ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਹਿਸਟਰੀ ਵੀ ਦੱਸੀ ਹੈ। ਜੋ ਮੈਂ ਮਹਿਸੂਸ ਕੀਤਾ ਹੈ, ਉਹਨਾਂ ਨੇ ਸਾਨੂੰ ਅੱਜ ਕੀ ਕਰਨਾ ਚਾਹੀਦਾ ਹੈ ਉਹਦੇ ਬਾਰੇ ਵੀ ਬਹੁਤ ਕੁਝ ਦੱਸਿਆ ਹੈ। ਉਹਨਾਂ ਦੀ ਜਿਹੜੀ ਅਪਰੋਚ ਰਹੀ ਹੈ ਪੋਜ਼ਿਟਿਵ ਰਹੀ ਹੈ। ਹੁਣ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸਰਦਾਰ ਵੀਰ ਦਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਦੀ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਅੱਜ ਦੇ ਇਸ ਇਤਿਹਾਸਕ ਸੰਦਰਭ ਵਿੱਚ ਦਰਸ਼ਨ ਕਰਨ ਦਾ ਮੌਕਾ ਦਿੱਤਾ। ਆਪਣੇ ਆਪ ਨੂੰ ਭਾਗਾਂ ਵਾਲਾ ਵੀ ਸਮਝਦਾ ਹਾਂ। ਦਸਮ ਪਾਤਸ਼ਾਹ ਹਜ਼ੂਰ ਦੇ ਸਰਫਰਾਜ਼ ਸ਼ਾਇਰ ਬਕੌਲ ਭਾਈ ਨੰਦ ਲਾਲ ਜੀ ਗੋਇਆ, ਉਹਨਾਂ ਦੀ ਇੱਕ ਲੰਮੀ ਕਵਿਤਾ ਹੈ ਜ਼ਿੰਦਗੀ ਨਾਮਾ। ਉਸ ਦਾ ਇੱਕ ਬੜਾ ਪਿਆਰਾ ਸ਼ੇਰ ਹੈ, ਉਹ ਤੁਹਾਡੀ ਨਜ਼ਰ ਕਰਕੇ ਫਿਰ ਆਪਾਂ ਗੱਲ ਸ਼ੁਰੂ ਕਰਾਂਗੇ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਫਾਰਸੀ ਦੀ ਨਜ਼ਮ ਹੈ, सोहबते नेकान गर बाशिद नसीब, सोहबते नेकान गर बाशिद नसीब, कि जे तुहानू नेक बंदियां दी सोहबत किते नसीब हो जाए। ते अगली सतर विच फरमाउंदे ने, दौलते जावीद यादी ए हबीब, तुहानू दो जहान दियां दौलतां दे लभ जाण जिन्नी खुशी महसूस होंदी है। सो मैं अपने आप नू खुश नसीब समझदा हाँ कि मैं तुहानू अज संबोधन हो रहा और इतिहास के झरोखियां विचों असी ननकाना साहब दे साखे नू 100 साल बाद अज किंज वेखते हैं। मैनू इस गल दा गहरा दुख भी है कि 100 साल बाद उन्हां साखियां नू याद करन विच शायद सिख कौम दी कोई बहुती दिलचस्पी नहीं रही। ये बहुत उदास पहलू है। डॉक्टर साहब दस रहे सी भी जथे चलते चलते शहीदी जथे की गिनती हजारां तक अपड़ गई सी। जथे का नाम भी शहीदी सी, ये भी पता सी कि शहीदी होनी है, लेकिन गिनती हजारां तक अपड़ गई सी। ते जेड़े सिंह पहले जथे विच भाई लक्ष्मण सिंह जी दे जथे विच शहीद होए, उन्हां दी गिनती 260 सी।
ਔਰ ਸ਼ਹੀਦ ਹੋਣ ਵਾਲੇ ਸ਼ਹੀਦੀ ਸਿੰਘਾਂ ਵਿੱਚੋਂ ਸਭ ਤੋਂ ਛੋਟਾ ਜਿਹੜਾ ਸ਼ਹੀਦ ਸੀ ਉਹ 7 ਸਾਲ ਦੀ ਉਮਰ ਦਾ ਬੱਚਾ ਸੀ। 7 ਸਾਲ ਦੀ ਉਮਰ, ਜਿਹੜਾ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਬਾਕੀ ਸਿੰਘਾਂ ਦੇ ਨਾਲ ਬੈਠਾ ਸਤਨਾਮ ਦਾ ਜਪ ਕਰ ਰਿਹਾ ਸੀ ਤੇ ਇੱਕ ਗੋਲੀ ਉਸ ਨੂੰ ਵੀ ਆ ਲੱਗੀ। ਮੈਂ ਵੀ ਦੱਸ ਦਿਆਂ ਕਿ ਇਹ 20 ਤਾਰੀਖ ਦਾ ਵਾਕਿਆ ਹੈ, 20 ਫਰਵਰੀ 1921। 3 ਦਿਨ ਪਹਿਲਾਂ ਸਿੰਘਾਂ ਨੇ ਇੱਕ ਵੱਡਾ ਇਕੱਠ ਜਿਹੜਾ ਸੀ ਉਹ ਗੁਰਦੁਆਰਾ ਖਰਾ ਸੌਦਾ ਸੱਦਿਆ। ਇਸ ਖਿਆਲ ਨਾਲ ਸੱਦਿਆ ਕਿ ਅਜਿਹੀ ਪਿੰਡ ਸੀ ਕਿ ਮਹੰਤ ਨਰਾਇਣ ਦਾਸ ਜਿਹੜਾ ਹੈ ਉਹ 20 ਤਾਰੀਖ ਨੂੰ ਲਾਹੌਰ ਜਾ ਰਿਹਾ ਹੈ। 19 ਤੇ 20 ਨੂੰ ਉਹਨੇ ਲਾਹੌਰ ਰੁਕਣਾ ਹੈ। ਸਿੰਘਾਂ ਨੇ ਮਤਾ ਪਕਾਇਆ ਵੀ ਉਸ ਦਿਨ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਜਿਹੜਾ ਹੈਗਾ ਉਹ ਮਹੰਤ ਤੋਂ ਵਾਪਸ ਲੈ ਲਿਆ ਜਾਏ। ਤੇ ਗੁਰਦੁਆਰਾ ਸਾਹਿਬ ਵਿੱਚ ਹੀ ਗੁਰਮਤਾ ਹੋਇਆ ਕਿ 2 ਜਥੇ ਵੱਖੋ ਵੱਖਰੀ ਦਿਸ਼ਾਵਾਂ ਵੱਲੋਂ 20 ਤਾਰੀਖ ਨੂੰ ਗੁਰਦੁਆਰਾ ਸਾਹਿਬ ਪਹੁੰਚਣਗੇ। ਉਸ ਤੋਂ ਪਹਿਲੀ ਸ਼ਾਮ ਇੱਕ ਖਾਸ ਟਿਕਾਣੇ ਤੇ ਇਕੱਠਾ ਹੋਣਾ ਸੀ। ਇੱਕ ਜਥਾ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੀ ਰਹਿਨਮਾਈ ਵਿੱਚ ਜਾਣਾ ਸੀ। ਦੂਸਰਾ ਜਥਾ ਭਾਈ ਲਛਮਣ ਸਿੰਘ ਦੀ ਧਾਰੋਵਾਲੀ ਉਹਨਾਂ ਦੀ ਰਹਿਨਮਾਈ ਜਾਣਾ ਸੀ। ਜਿਸ ਥਾਂ ਤੇ ਜਥਿਆਂ ਨੇ ਇਕੱਠੇ ਹੋ ਕੇ ਇੱਕ ਜਥਾ ਬਣ ਕੇ ਜਾਣਾ ਸੀ, ਇਤਫਾਕਨ ਅਜਿਹਾ ਹੋਇਆ ਕਿ ਭਾਈ ਕਰਤਾਰ ਸਿੰਘ ਝੱਬਰ ਹੋਣਾ ਦਾ ਜਥਾ ਨਿਸ਼ਚਿਤ ਸਮੇਂ ਤੇ ਉੱਥੇ ਪਹੁੰਚ ਨਾ ਸਕਿਆ। ਉਡੀਕਣਾ ਸ਼ੁਰੂ ਕਰ ਦਿੱਤਾ। ਸ਼ਾਇਦ ਉਹਨਾਂ ਦੇ ਜਥੇ ਨੂੰ ਰਸਤੇ ਵਿੱਚ ਰੋਕ ਲਿਆ ਗਿਆ ਸੀ। ਉੱਥੇ ਇੱਕ ਦੁਚਿੱਤੀ ਬਣੀ ਕਿ ਜੀ ਇਸ ਤਰ੍ਹਾਂ ਕਰੋ ਭਈ ਆਪਾਂ ਵੇਟ ਕਰੀਏ ਕਰਤਾਰ ਸਿੰਘ ਝੱਬਰ ਹੋਣਾ ਦੀ। ਉਹ ਵੱਡੇ ਲੀਡਰ ਸਨ ਤੇ ਕਈਆਂ ਨੇ ਕਿਹਾ ਵੀ ਵਾਪਸ ਮੁੜ ਚੱਲੀਏ। ਕਰਤਾਰ ਸਿੰਘ ਝੱਬਰ ਹੋਰੀ ਤਾਂ ਆਏ ਨਹੀਂ। ਤੇ ਜਦੋਂ ਇਹ ਦੁਚਿੱਤੀ ਦੀਆਂ ਗੱਲਾਂ ਸ਼ੁਰੂ ਹੋਈਆਂ ਤੇ ਭਾਈ ਟਹਿਲ ਸਿੰਘ ਜਿਹੜੇ ਉਸ ਜਥੇ ਦੇ ਮੈਂਬਰ ਸੀ ਉਹ ਕਹਿਣ ਲੱਗੇ ਵੀ ਅਰਦਾਸ ਕੀ ਕਰਕੇ ਆਏ ਹੋ? ਤੇ ਅਰਦਾਸ ਵੀ ਗੁਰਦੁਆਰਾ ਖਰਾ ਸੌਦਾ ਚ ਸੱਚਾ ਸੌਦਾ ਚ ਅਰਦਾਸ ਕਰਕੇ ਆਏ ਆ। ਤੇ ਜਿਹੜੇ ਜਥੇ ਵਿੱਚ ਆਏ ਹੋ ਇਹ ਜਥਾ ਸ਼ਹੀਦੀ ਜਥਾ ਹੈ। ਇਹ ਤੈਅ ਹੋ ਕੇ ਆਇਆ ਕਿ ਸ਼ਹਾਦਤ ਦੇਣੀ ਹੈ ਤੇ ਅਰਦਾਸ ਇਹ ਕੀਤੀ ਹੈ ਕਿ ਗੁਰਦੁਆਰੇ ਨੂੰ ਆਜ਼ਾਦ ਕਰਾਉਣਾ ਹੈ ਤੇ ਫਿਰ ਵਾਪਸ ਜਾਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਉਸ ਸਮੇਂ 'ਚ ਜਿਹੜੇ ਵਕੀਲ ਸਾਹਿਬ ਦਾ ਜ਼ਿਕਰ ਕਰ ਰਹੇ ਸੀ ਡਾਕਟਰ ਸਾਹਿਬ, ਉਹ ਵੀ ਪਹੁੰਚ ਗਏ। ਉਹਨਾਂ ਦਾ ਬੜਾ ਮਿੱਤਰਚਾਰਾ ਸੀ। ਭਾਈ ਲਛਮਣ ਸਿੰਘ ਹੋਰਾਂ ਨੂੰ ਪਾਸੇ ਲੈ ਗਏ। ਸ਼੍ਰੋਮਣੀ ਕਮੇਟੀ ਦਾ ਵੀ ਇਹ ਸੁਨੇਹਾ ਸੀ ਕਿ ਜਥੇ ਨੂੰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਜਾਣਾ ਚਾਹੀਦਾ। ਤੇ ਜਦੋਂ ਉਹ ਮਹਿਤਾਬ ਸਿੰਘ ਹੋਰੀ ਗੱਲ ਕਰ ਰਹੇ ਸੀ ਭਾਈ ਲਛਮਣ ਸਿੰਘ ਹੋਰਾਂ ਦੇ ਨਾਲ ਪਾਸੇ ਕਰਕੇ, ਤੇ ਭਾਈ ਟਹਿਲ ਸਿੰਘ ਹੋਰਾਂ ਨੇ ਆ ਕੇ ਉਹਨਾਂ ਦਾ ਹੱਥ ਪਿਛਾਂਹ ਕਰਕੇ ਤੇ ਭਾਈ ਲਛਮਣ ਸਿੰਘ ਨੂੰ ਖਿੱਚ ਕੇ ਜਥੇ ਦੇ ਅੱਗੇ ਲੈ ਗਏ ਕਿ ਹੁਣ ਗੱਲਾਂ ਬਾਤਾਂ ਜਿੱਕੋ ਤਿੱਕੀ ਵਿੱਚ ਪੈਣ ਦਾ ਸਮਾਂ ਨਹੀਂ, ਅਰਦਾਸ ਤੇ ਪਹਿਰਾ ਦੇਣ ਦਾ ਸਮਾਂ। ਅੱਗੇ ਵਧੀਏ ਕਿਉਂਕਿ ਥੋੜੀ ਦੇਰ ਇਹ ਵਿਚਾਰ ਚੱਲ ਰਹੀ ਸੀਗੀ ਭਈ ਮੁਲਤਵੀ ਕਰ ਦੇਣਾ ਚਾਹੀਦਾ, ਪਿੱਛੇ ਮੁੜ ਜਾਣਾ ਚਾਹੀਦਾ, ਭਾਈ ਕਰਤਾਰ ਸਿੰਘ ਝੱਬਰ ਨੂੰ ਮਿਲ ਲੈਣਾ ਚਾਹੀਦਾ, ਹੋ ਸਕਦਾ ਕੋਈ ਪ੍ਰੋਗਰਾਮ ਬਦਲ ਨਾ ਗਿਆ ਹੋਵੇ। ਟਹਿਲ ਸਿੰਘ ਨੇ ਕਿਹਾ ਭਈ ਭਾਈ ਟਹਿਲ ਸਿੰਘ ਨੇ ਭਈ ਪ੍ਰੋਗਰਾਮ ਬਦਲ ਲਿਆ ਜਾ ਹੀ ਨਹੀਂ ਸਕਦਾ। ਜਦੋਂ ਅਰਦਾਸ ਹੀ ਹੋ ਗਈ ਹੈ ਤੇ ਗੁਰਮਤਾ ਹੋ ਗਿਆ, ਉਹਨੂੰ ਕੌਣ ਬਦਲ ਸਕਦਾ? ਤੇ ਇਸ ਵਾਦ ਵਿਵਾਦ ਵਿੱਚ ਭਾਈ ਲਛਮਣ ਸਿੰਘ ਨੇ ਆਪਣੀ ਕਿਰਪਾਨ ਕੱਢੀ ਤੇ ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ ਕਿ ਜਿਹੜੇ ਪਿੱਛੇ ਮੁੜਨਾ ਚਾਹੁੰਦੇ ਨੇ ਉਹ ਪਿੱਛੇ ਮੁੜ ਜਾਓ
ਜਿਹੜੇ ਸ਼ਹੀਦੀਆਂ ਦੇਣਾ ਚਾਹੁੰਦੇ ਨੇ ਉਹ ਇਸ ਲਕੀਰ ਤੋਂ ਅੱਗੇ ਆ ਜਾਓ। ਤੁਹਾਨੂੰ ਇਹ ਜਾਣ ਕੇ ਗੌਰਵ ਹੋਏਗਾ ਕਿ ਸਾਰੇ ਉਸ ਲਕੀਰ ਨੂੰ ਟੱਪ ਗਏ। ਜਥਾ ਅੱਗੇ ਵਧਿਆ, ਗੁਰਦੁਆਰਾ ਸਾਹਿਬ ਪਹੁੰਚੇ। ਮਹੰਤ ਪਹਿਲੋਂ ਮਿੱਥੇ ਪ੍ਰੋਗਰਾਮ ਮੁਤਾਬਕ ਲਾਹੌਰ ਵਿੱਚ ਨਹੀਂ ਸੀ, ਉਹ ਨਨਕਾਣਾ ਸਾਹਿਬ ਹੀ ਮੌਜੂਦ ਸੀ। ਔਰ ਉਹਨੇ ਬਹੁਤ ਸਾਰੇ ਮਰਸਨਰੀਜ਼ ਜਿਹੜੇ ਸੀਗੇ, ਪਹਾੜੇ ਦੇ ਗੁੰਡੇ ਜਿਨ੍ਹਾਂ ਵਿੱਚ ਪਠਾਨ ਵੀ ਸੀ, ਬਹੁਤ ਸਾਰੇ ਜਰਾਇਮ ਪੇਸ਼ਾ ਲੋਕ ਸਨ, ਖਾਸ ਕਰਕੇ ਜਿਹੜੇ ਅਪਰਾਧਿਕ ਪਿਛੋਕੜ ਵਾਲੇ ਲੋਕ ਸੀਗੇ, ਹੀਨੀਅਸ ਕ੍ਰਾਈਮ ਵਿੱਚ ਮੁਬਤਲਾ ਰਹਿੰਦੇ ਸੀ, ਉਹਨਾਂ ਨੂੰ ਇਕੱਠੇ ਕੀਤਾ ਹੋਇਆ ਸੀ। ਤੇਜ਼ਧਾਰ ਹਥਿਆਰ, ਤੋੜੇਦਾਰ ਬੰਦੂਕਾਂ, ਔਰ ਇੱਥੇ ਤੱਕ ਕਿ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਅੰਦਰ ਲੱਕੜਾਂ ਦੇ ਖੁੰਡਾਂ ਦੇ ਵੱਡੇ ਵੱਡੇ ਢੇਰ ਵੀ ਜਮ੍ਹਾਂ ਕੀਤੇ ਹੋਏ ਸਨ। ਜੈਸੇ ਹੀ ਇਹ ਜਥਾ ਗੁਰਦੁਆਰਾ ਸਾਹਿਬ ਪ੍ਰਵੇਸ਼ ਕੀਤਾ ਔਰ ਭਾਈ ਲక్ష్మణ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆ ਬੈਠ ਕੇ ਚੌਰ ਦੀ ਸੇਵਾ ਔਰ ਉਹਨਾਂ ਨੇ ਪਾਠ ਆਰੰਭ ਕੀਤਾ ਤੇ ਚਾਰੇ ਪਾਸਿਓਂ ਗੋਲੀਆਂ ਦੀ ਜਿਹੜੀ ਸੀ ਉਹ ਬਛਾਟ ਸ਼ੁਰੂ ਹੋ ਗਈ। ਔਰ ਉਹ ਬੰਦੇ ਜਿਹੜੇ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ, ਕਿਉਂਕਿ ਫੈਸਲਾ ਸੀ ਕਿ ਹੱਥ ਨਹੀਂ ਚੱਕਣਾ, ਪੁਰਮਨ ਰਹਿ ਕੇ ਸ਼ਹਾਦਤਾਂ ਦੇਣੀਆਂ। ਜਿੰਨੇ ਬੰਦੇ ਅੰਦਰ ਸਨ ਉਹ ਸਾਰੇ ਉਹਨਾਂ ਨੇ ਸ਼ਹੀਦ ਕਰ ਦਿੱਤੇ। ਭਾਈ ਲక్ష్మణ ਸਿੰਘ ਹੋਰਾਂ ਦੇ ਵੀ ਗੁਰੂ ਮਹਾਰਾਜ ਦੇ ਤਾਬੇ ਬੈਠਿਆਂ ਗੋਲੀਆਂ ਲੱਗੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਜਿਹੜੇ ਸੀ ਉਹ ਗੋਲੀਆਂ ਨਾਲ ਵਿੰਨੇ ਗਏ। ਉਸ ਤੋਂ ਬਾਅਦ ਸਿੰਘਾਂ ਨੂੰ ਧੋ ਕੇ ਬਾਹਰ ਅੱਧ-ਮੋਇਆਂ ਬੇਹੋਸ਼ੀ ਦੀ ਹਾਲਤ 'ਚ ਲੱਕੜਾਂ ਦੇ ਢੇਰਾਂ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਉਹਨਾਂ ਨੂੰ ਸਾੜਿਆ ਗਿਆ। ਔਰ ਭਾਈ ਲక్ష్మణ ਸਿੰਘ ਜੋ ਹਲੇ ਜਿਨ੍ਹਾਂ ਦੀ ਮੌਤ ਨਹੀਂ ਸੀ ਹੋਈ, ਭਾਵੇਂ ਉਹਨਾਂ ਦੇ ਗੋਲੀਆਂ ਲੱਗੀਆਂ ਸਨ, ਉਹਨਾਂ ਨੂੰ ਤੇ ਬਾਹਰ ਕੱਢ ਕੇ ਇੱਕ ਜੰਡ ਨਾਲ ਬੰਨ੍ਹ ਕੇ ਮਿੱਟੀ ਦਾ ਤੇਲ ਪਾ ਕੇ ਜ਼ਿੰਦੇ ਸਾੜਿਆ। ਅੱਜ ਤੋਂ 100 ਸਾਲ ਪਹਿਲਾਂ ਦਾ ਵਾਕਿਆ। ਥੋੜਾ ਜਿਹਾ ਇਸ ਦੀ ਇਤਿਹਾਸਕ ਜਿਹੜੀ ਪਿਛੋਕੜ ਹੈ ਉਹ ਮੈਂ ਤੁਹਾਡੀ ਨਜ਼ਰ ਕਰਨਾ ਚਾਹੁੰਦਾ। ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਖਾਲਸਾ ਰਾਜ ਕਾਇਮ ਕੀਤਾ ਔਰ 39 ਵਿੱਚ ਉਹਨਾਂ ਦੀ ਮੌਤ ਹੋਈ। 49 ਵਿੱਚ ਸਭਰਾਉਂ ਦੀ ਜੰਗ ਤੋਂ ਬਾਅਦ, ਜਿਹਨੂੰ ਐਂਗਲੋ ਸਿੱਖ ਵਾਰ ਦੇ ਸਿਰਲੇਖ ਹੇਠ ਇਤਿਹਾਸਕਾਰਾਂ ਨੇ ਦਰਜ ਕੀਤਾ ਹੈ, ਉਹ ਜੰਗ ਅਸੀਂ ਹਾਰ ਗਏ, ਭਾਵੇਂ ਡੋਗਰਿਆਂ ਦੀ ਬੇਵਫਾਈ ਕਰਕੇ, ਭਾਵੇਂ ਸਿੱਖ ਸਰਦਾਰਾਂ ਦੀ ਖਾਨਾ ਜੰਗੀ ਕਰਕੇ। But the fact is that we lost the Khalsa Empire to the Britishers. And we were the last. ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦਾ ਗੁਲਾਮ ਹੋ ਚੁੱਕਿਆ ਸੀ ਤੇ ਸਭ ਤੋਂ ਬਾਅਦ ਜਿਹੜੀ ਗੁਲਾਮੀ ਦੀ ਜ਼ੰਜੀਰ ਸੀ ਉਹ ਸਾਡੇ ਗਲ 'ਚ ਪਈ। We were the last to surrender. We did not surrender. We fought a battle. We lost the battle because of the betrayals of Dogras and Sikh Sardars. ਤੇ 1949 ਵਿੱਚ ਇਹ annexation of ਪੰਜਾਬ ਮੁਕੰਮਲ ਹੋਈ। ਉਹਦੇ ਡਾਕੂਮੈਂਟਸ ਤੇ ਸਾਰੇ ਦਸਤਖਤ ਵਗੈਰਾ ਹੋਰ ਕਰਕੇ ਮਹਾਰਾਜਾ ਦਲੀਪ ਸਿੰਘ ਉਸ ਵੇਲੇ ਗੱਦੀ ਤੇ ਸਨ, ਉਮਰ 11 ਵਰ੍ਹੇ ਦੀ ਸੀ। ਮਹਾਰਾਣੀ ਜਿੰਦਾ ਉਹਨਾਂ ਦੇ ਸਰਪ੍ਰਸਤ ਸਨ। ਕੰਵਰ ਦਲੀਪ ਨੂੰ ਅੰਗਰੇਜ਼ਾਂ ਨੇ ਪੈਨਸ਼ਨ ਲਾ ਕੇ ਜਲਾ ਵਤਨ ਕਰਕੇ ਵਲੈਤ ਭੇਜ ਦਿੱਤਾ। ਮਹਾਰਾਣੀ ਜਿੰਦਾ ਨੂੰ ਗ੍ਰਿਫਤਾਰ ਕਰ ਲਿਆ। ਖਾਲਸਾ ਰਾਜ ਤੇ ਫਰੰਗੀਆਂ ਦਾ ਕਬਜ਼ਾ ਹੋ ਗਿਆ। ਇਹ 1949 ਤੋਂ ਲੈ ਕੇ ਤਕਰੀਬਨ 1849 ਤੋਂ ਲੈ ਕੇ
1870-71 ਤੱਕ ਦਾ ਜਿਹੜਾ ਸਮਾਂ ਹੈ, ਇਹ 2 ਦਹਾਕੇ ਸਿੱਖਾਂ ਦੇ ਜੀਵਨ ਵਿੱਚ ਬੇਹੱਦ ਨਮੋਸ਼ੀ ਤੇ ਖਮੋਸ਼ੀ ਦਾ ਸਮਾਂ ਹੈ। ਜੇ ਤੁਸੀਂ ਬਾਰੀਕੀ ਨਾਲ ਇਹ 20-30 ਵਰੇ ਇਹਨਾਂ ਦੀ ਸਮੀਖਿਆ ਕਰੋਗੇ ਤਾਂ ਇਹਦੇ ਵਿੱਚ ਕੋਈ ਖਾਸ ਘਟਨਾਵਾਂ ਨਹੀਂ ਵਾਪਰੀਆਂ। ਸਿੱਖਾਂ ਨੇ ਕੌਮ ਦੇ ਰੂਪ ਵਿੱਚ ਕੋਈ ਅੰਗੜਾਈ ਵੀ ਨਹੀਂ ਲਈ ਸੀ। ਬੇਹੱਦ ਮਾਯੂਸ ਸਨ ਕਿ ਏਡੀਆਂ ਵੱਡੀਆਂ ਬੇਵਫਾਈਆਂ ਹੋਈਆਂ, ਇਸ ਤਰ੍ਹਾਂ ਦੀ ਖਾਨਾ ਜੰਗੀ ਹੋਈ ਸਿੱਖ ਸਰਦਾਰਾਂ 'ਚ, ਭਰਾ ਮਾਰੂ ਜੰਗ, ਔਰ ਜਿਨ੍ਹਾਂ ਨੂੰ ਏਡੇ ਵੱਡੇ ਵੱਡੇ ਮੁਰਤਬੇ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੇ ਡੋਗਰਿਆਂ ਨੂੰ, ਉਹਨਾਂ ਨੇ ਬਾਰੂਦ ਦੀ ਥਾਂ ਸਰੋਂ ਜਿਹੜੀ ਸੀ ਉਹ ਤੋਪਾਂ ਚਲਾਉਣ ਵਾਸਤੇ ਪਾ ਕੇ ਭੇਜ ਦਿੱਤੀ, ਜਿਸ ਦਾ ਨਤੀਜਾ ਇਹ ਹੋਇਆ ਕਿ ਅਸੀਂ ਜੰਗ ਹਾਰ ਗਏ। ਇਹ ਮਾਯੂਸੀ 20-30 ਸਾਲ ਰਹੀ। ਸਿੱਖ ਕੌਮ ਦੀ ਇਸ ਮਾਯੂਸੀ ਦਾ ਫਾਇਦਾ ਉਠਾਉਣਾ ਚਾਹਿਆ ਅੰਗਰੇਜ਼ ਨੇ। ਉਹਨਾਂ ਨੇ ਬੜੀ ਵੱਡੀ ਗਿਣਤੀ ਵਿੱਚ ਈਸਾਈ ਪਾਦਰੀ ਜਿਹੜੇ ਸੀ ਉਹਨਾਂ ਨੂੰ ਪੰਜਾਬ ਵਿੱਚ ਲੈ ਆਂਦਾ ਕਿ ਸਿੱਖ ਬੜੇ ਮਾਯੂਸ ਨੇ ਤੇ ਹੁਣ ਇਹਨਾਂ ਦੀ ਕਨਵਰਸ਼ਨ ਸ਼ੁਰੂ ਕਰੋ, ਇਹਨਾਂ ਨੂੰ ਈਸਾਈ ਬਣਾਉਣਾ ਸ਼ੁਰੂ ਕਰੋ। ਇਸ ਭਾਵਨਾ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਨੇ ਕੰਵਰ ਦਲੀਪ ਨੂੰ, ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ। Very unfortunate. You see, the last of the Sikh kingdom, he was converted to Christianity. ਕੇਵਲ 7 ਸਾਲ ਦੇ ਅੰਦਰ ਅੰਦਰ। ਉਸ ਤੋਂ ਬਾਅਦ ਕਪੂਰਥਲਾ ਰਿਆਸਤ ਦਾ ਇੱਕ ਬਹੁਤ ਵੱਡਾ ਅਰਿਸਟੋਕਰੇਟ ਸਰਦਾਰ ਸੀ, he was also converted to Christianity. ਫਿਰ ਇੱਕ ਟ੍ਰੈਂਡ ਜਿਹਾ ਸ਼ੁਰੂ ਹੋ ਗਿਆ ਭਈ ਅੰਗਰੇਜ਼ ਖੁਸ਼ ਹੁੰਦਾ ਹੈ, ਨਾਲੇ ਰੁਤਬੇ ਦਿੰਦਾ ਹੈ, ਤੇ ਕ੍ਰਿਸਚਨ ਬਣ ਜਾਣ ਚ ਕੀ ਹਰਜ ਹੈ। ਇੱਕ ਮੈਂ ਦੱਸ ਦੇਵਾਂ ਕਿ ਜਦੋਂ ਅੰਗਰੇਜ਼ ਨੇ ਪੰਜਾਬ ਤੇ ਕਬਜ਼ਾ ਕੀਤਾ ਤੇ ਪੰਜਾਬ ਦਾ ਪ੍ਰਬੰਧ ਚਲਾਉਣ ਵਾਸਤੇ ਉਹਨਾਂ ਨੇ, ਕਿਉਂਕਿ ਬੰਗਾਲ ਬਹੁਤ ਲੰਮਾ ਸਮਾਂ ਈਸਟ ਇੰਡੀਆ ਕੰਪਨੀ ਦਾ ਹੈੱਡਕੁਆਰਟਰ ਰਿਹਾ, ਅੰਗਰੇਜ਼ੀ ਬੋਲਣ ਵਾਲੇ ਬੰਗਾਲੀ ਅਫਸਰ ਜਿਹੜੇ ਸੀ ਉਹ ਪੰਜਾਬ ਵਿੱਚ ਤਾਇਨਾਤ ਕਰ ਦਿੱਤੇ। ਕੋਈ ਡੀਸੀ, ਕੋਈ ਐਸਪੀ, ਕੋਈ ਐਸਟੀਐਮ। ਬੰਗਾਲ ਵਿੱਚ ਉਸ ਵੇਲੇ ਬ੍ਰਹਮ ਸਮਾਜ ਦੀ ਇੱਕ ਮੂਵਮੈਂਟ ਬੜੇ ਪ੍ਰਚੰਡ ਰੂਪ ਵਿੱਚ ਸੀ। ਇਹ ਜਿਹੜੇ ਬੰਗਾਲੀ ਅਫਸਰ ਆਏ ਉਹ ਬ੍ਰਹਮ ਸਮਾਜੀ ਸਨ। ਉਹਨਾਂ ਨੇ ਸੋਚਿਆ ਕਿ ਅਸੀਂ ਇਹ ਕਮਜ਼ੋਰ ਹੋ ਗਏ ਲੋਕ, ਬੜੀ ਮਾਯੂਸੀ ਚ ਨੇ, ਆਪਾਂ ਇਹਨਾਂ ਨੂੰ ਬ੍ਰਹਮ ਸਮਾਜੀ ਬਣਾ ਲਈਏ। ਉਹਨਾਂ ਨੇ ਪੰਜਾਬ ਵਿੱਚ ਬ੍ਰਹਮ ਸਮਾਜੀਆਂ ਦੇ ਅੱਡੇ ਬਣਾਉਣੇ ਸ਼ੁਰੂ ਕਰ ਦਿੱਤੇ। ਬੇਸ਼ੁਮਾਰ ਸੈਂਟਰ ਜਿਹੜੇ ਸੀ ਉਹ ਬ੍ਰਹਮ ਸਮਾਜ ਦੇ ਬਣ ਗਏ, ਗਿਰਜੇ ਬਣਨੇ ਸ਼ੁਰੂ ਹੋ ਗਏ। ਉਸ ਦੌਰ ਵਿੱਚ ਸਭ ਤੋਂ ਪਹਿਲਾਂ ਮੁਸਲਮਾਨ ਕੌਨਸ਼ੀਅਸ ਹੋਇਆ, ਕਿਉਂਕਿ ਇਸਲਾਮ ਚੋਂ ਵੀ ਕਨਵਰਸ਼ਨ ਹੋ ਰਹੀ ਸੀ। ਉਹਨਾਂ ਨੇ ਅੰਜੁਮਨ ਇਸਲਾਮ ਕਾਇਮ ਕੀਤੀ ਕਿ ਦਿਖਾ ਜਾਣਗੇ ਅੰਗਰੇਜ਼ ਸਾਨੂੰ। ਦੂਸਰੀ ਚੇਤਨਤਾ ਫਿਰ ਸਿੱਖਾਂ ਵਿੱਚ ਆਈ, ਸਿੰਘ ਸਭਾ ਲਹਿਰ ਸ਼ੁਰੂ ਹੋਈ 1889 ਦੇ ਨੇੜੇ, ਔਰ ਬੜੇ ਜਾਹੋ ਜਲਾਲ ਨਾਲ ਉਹ ਲਹਿਰ ਚੱਲੀ। ਬੜੀ ਵੱਡੀ ਸੇਵਾ ਭਾਈ ਦਿੱਤ ਸਿੰਘ ਹੋਰਾਂ ਦੀ। 100 ਦੇ ਕਰੀਬ ਸਿੰਘ ਸਭਾ 19ਵੀਂ ਸਦੀ ਦੇ ਅੰਤ ਤੱਕ ਸਿੰਘ ਸਭਾ ਲਹਿਰ ਦੇ ਅਧੀਨ ਕਾਇਮ ਹੋ ਚੁੱਕੀ ਸੀ। 1900 ਦੇ ਅੰਤ ਤੱਕ ਅੰਗਰੇਜ਼ ਨੂੰ ਇਹ ਹੋਇਆ ਕਿ ਇਹ ਏਡੀ ਇੰਪੋਰਟੈਂਟ ਲਹਿਰ ਹੈਗੀ ਸਿੱਖਾਂ ਦੀ, ਸਾਡੇ ਮਨਸੂਬੇ ਤਾਂ ਧਰੇ ਧਰਾਏ ਰਹਿ ਗਏ, ਕਿਤੇ ਐਸਾ ਨਾ ਹੋਵੇ ਕਿ ਸਿੰਘ ਸਭਾ ਲਹਿਰ ਦੇ ਅੰਡਰ ਹੀ ਸਿੱਖ ਦੁਬਾਰਾ ਰੀਆਰਗੇਨਾਈਜ਼ ਹੋ ਕੇ ਸਾਨੂੰ ਚੈਲੰਜ ਕਰ ਦੇਣ
ਤੇ ਆਪਣਾ ਜਿਹੜਾ ਗਵਾਚਿਆ ਹੋਇਆ ਰਾਜ ਹੈ ਉਸ ਨੂੰ ਮੁੜ ਕੇ ਹਾਸਲ ਕਰਨ ਲਈ ਉਹ ਯਤਨਸ਼ੀਲ ਹੋ ਜਾਣ, ਲਾਮਬੰਦ ਹੋ ਜਾਣ। ਇਸ ਲਈ ਇੱਕ ਜਥੇਬੰਦਕ ਸਾਜ਼ਿਸ਼ ਦੇ ਤਹਿਤ ਇਹ ਪਲਾਨ ਕੀਤਾ ਗਿਆ ਕਿ ਸਿੱਖਾਂ ਨੂੰ ਆਪਸੀ ਖਾਨਾ ਜੰਗੀ ਵਿੱਚ ਉਲਝਾ ਦਿੱਤਾ ਜਾਏ। ਉਸ ਦੇ ਲਈ ਉਹਨਾਂ ਨੇ, ਕਿਉਂਕਿ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀ ਉਹ ਮਹੰਤਾਂ ਦੇ ਪਾਸ ਸੀ, ਮਹੰਤ ਸ਼੍ਰੇਣੀ ਨੂੰ ਆਪਣੇ ਨਾਲ ਜੋੜ ਲਿਆ, ਹੱਲਾਸ਼ੇਰੀ ਦੇਣੀ ਸ਼ੁਰੂ ਕਰਤੀ, ਉਹਨਾਂ ਨੂੰ ਰਿਕਗਨਾਈਜ਼ ਕਰਨਾ ਸ਼ੁਰੂ ਕੀਤਾ, ਔਰ ਆਹਿਸਤਾ ਆਹਿਸਤਾ ਗੁਰਦੁਆਰਾ ਪ੍ਰਬੰਧ ਨੂੰ ਪੋਲਿਊਟ ਕਰਵਾਉਣਾ ਸ਼ੁਰੂ ਕਰ ਦਿੱਤਾ। ਪੋਲਿਊਸ਼ਨ ਇਸ ਹੱਦ ਤੱਕ ਹੋਈ ਕਿ ਮਹੰਤਾਂ ਨੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਨਸ਼ਿਆਂ ਦਾ ਵਿਤਰਨ, ਸ਼ਰਾਬ ਸੇਵਨ, ਨਾਚ ਗਾਣੇ, ਤਰ੍ਹਾਂ ਤਰ੍ਹਾਂ ਦੀਆਂ ਜ਼ਲੀਲ ਹਰਕਤਾਂ ਜਿਹੜੀਆਂ ਸੀ ਗੁਰਦੁਆਰਾ ਸਾਹਿਬਾਨ 'ਚ ਕਰਨੀਆਂ ਸ਼ੁਰੂ ਕੀਤੀਆਂ। ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤੇ ਫਿਰ ਸਿੱਖਾਂ ਨੇ ਇਕੱਠੇ ਹੋ ਕੇ ਫਿਰ ਸੋਚਿਆ, ਕਿਉਂਕਿ ਬੰਨ ਨੂੰ ਬੰਨੀ ਤੇ ਗੁਰਦੁਆਰਾ ਲਹਿਰ, ਸਿੰਘ ਸਭਾ ਲਹਿਰ ਤੋਂ ਬਾਅਦ ਦੂਸਰੀ ਜਥੇਬੰਦਕ ਗੁਰਦੁਆਰਾ ਲਹਿਰ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ। ਇਹ ਸਾਰੇ ਗੁਰਦੁਆਰਾ ਲਹਿਰ ਦੇ ਪਾਤਰ ਹਨ। ਭਾਈ ਲਛਮਣ ਸਿੰਘ ਜੀ, ਕਰਤਾਰ ਸਿੰਘ ਚੱਬਰ ਜੀ, ਬਹੁਤ ਸਾਰੇ ਨਾਂ ਹਨ। ਉਹਨਾਂ ਵਿੱਚ ਕੁਝ ਐਸੇ ਵੀ ਸਨ ਜਿਹੜੇ ਅੰਗਰੇਜ਼ ਦੇ ਟੋਡੀ ਸਨ, ਜਿਹੜੇ ਪਹਿਲਾਂ ਪੈਨੀਟ੍ਰੇਟ ਕਰ ਗਏ ਸਫਾਂ, ਜਿਨ੍ਹਾਂ 'ਚ ਸੁੰਦਰ ਸਿੰਘ ਮਜੀਠੀਆ ਸਨ, ਬਟ ਲੇਟਰ ਔਨ ਹੀ ਵਾਜ਼ ਮੇਡ ਰੈਵਨਿਊ ਮਿਨਿਸਟਰ, ਤੇ ਫਿਰ ਉਹ ਵਾਪਸ ਚਲੇ ਗਏ ਤੇ ਫਿਰ ਅੰਗਰੇਜ਼ ਦਾ ਇਮਦਾਦੀ ਰੋਲ ਉਹ ਅਦਾ ਕਰਦੇ ਰਹੇ। ਇਸ ਕਰਕੇ ਜਿੰਨੇ ਗੁਰਦੁਆਰਾ ਸਾਹਿਬਾਨ ਦੇ ਮਹੰਤ ਸੀ ਉਹਨਾਂ ਦੇ ਨਾਲ ਫਿਰ ਇਹ ਗੁਰਦੁਆਰਾ ਲਹਿਰ ਦਾ ਟਕਰਾਅ ਹੋਇਆ। ਉਸ ਲਹਿਰ ਦੇ ਅਧੀਨ ਹੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ। ਇਹ ਜਿਹੜਾ ਨਨਕਾਣਾ ਸਾਹਿਬ ਦਾ ਮਹੰਤ ਸੀ ਨਰੈਣ ਦਾਸ, ਇਸ ਦੀ ਨਿਯੁਕਤੀ 17 ਵਿੱਚ ਹੋਈ ਸੀ ਔਰ 21 ਵਿੱਚ ਇਹ 4 ਸਾਲ ਬਾਅਦ, 5 ਸਾਲ ਬਾਅਦ ਇਸਨੇ ਇਹ ਸਾਰਾ, ਇਸ ਤੋਂ ਪਹਿਲਾਂ ਮਹੰਤ ਵੀ ਇਸ ਤਰ੍ਹਾਂ ਦਾ ਹੀ ਸੀ। ਤੇ ਜਦੋਂ ਇਹਨੂੰ ਮਹੰਤ ਅਪਾਇੰਟ ਕੀਤਾ ਤੇ ਇਹਨੇ ਰਿਟਨ ਅੰਡਰਟੇਕਿੰਗ ਦਿੱਤੀ ਸੀ ਸਿੱਖ ਸੰਗਤ ਨੂੰ ਕਿ ਮੈਂ ਉਹ ਕੰਮ ਨਹੀਂ ਕਰਾਂਗਾ ਜਿਹੜੇ ਪਹਿਲੇ ਮਹੰਤ ਕਰਦਾ ਸੀ। ਪਰ ਸਾਲ ਬਾਅਦ ਹੀ ਉਹਨੇ ਉਹ ਸਾਰੇ ਲਿਖਤੀ ਇਕਰਾਰ ਤੋੜ ਕੇ ਉਸ ਤੋਂ ਵੀ ਬਦਤਰ ਹਾਲਾਤ ਜਿਹੜੇ ਸੀ ਉਹ ਪੈਦਾ ਕਰ ਦਿੱਤੇ। ਇੱਕ ਵਿਰਾਸਤ ਲਿਆ ਕੇ ਗੁਰਦੁਆਰਾ ਸਾਹਿਬ 'ਚ ਰੱਖ ਲਈ, ਉਸ ਦੇ 4 ਬੱਚੇ ਪੈਦਾ ਹੋਏ। ਉਹਨਾਂ ਲਈ 2 ਹਵੇਲੀਆਂ ਦੀ ਤਾਮੀਰ ਕਰਾਈ, ਇੱਕ ਤਾਂ ਨਨਕਾਣਾ ਸਾਹਿਬ ਹੀ ਕਰਵਾਈ, ਕਿਉਂਕਿ ਨਨਕਾਣਾ ਸਾਹਿਬ ਦੀ ਜਾਗੀਰ ਜਿਹੜੀ ਸੀ ਉਹ ਸਭ ਤੋਂ ਵੱਡੀ ਸੀ। ਤੁਹਾਨੂੰ ਚੇਤੇ ਹੋਏਗਾ, ਜਿਹੜੇ ਥੋੜੇ ਬਹੁਤ ਇਤਿਹਾਸ ਦੇ ਵਾਕਿਫ ਨੇ, ਕਿ ਰਾਏ ਬੁਲਾਰ ਨੇ ਅੱਧੀ ਜ਼ਮੀਨ ਜਿਹੜੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਕਰ ਦਿੱਤੀ ਸੀ, ਅੱਧੀ ਜ਼ਮੀਨ। ਔਰ ਉਸ ਦੇ ਕੋਲ ਜ਼ਮੀਨ ਜਿਹੜੀ ਸੀ ਕੋਈ 1.5 ਲੱਖ ਏਕੜ ਸੀ, 1.5 ਲੱਖ ਏਕੜ, ਤੇ ਲਗਭਗ 80 ਲੱਖ ਏਕੜ ਜ਼ਮੀਨ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਨਾਂ ਕਰ ਦਿੱਤੀ ਸੀ। ਔਰ ਕਮਾਲ ਦੀ ਗੱਲ ਇਹ ਕਿ ਗੁਰੂ ਨਾਨਕ ਨੇ ਇੱਕ ਦਿਨ ਵੀ ਉਸ ਜ਼ਮੀਨ ਵਿੱਚ ਕਦੇ ਹਲ ਨਹੀਂ ਸੀ ਚਲਾਇਆ। ਹਲ ਵਾਇਆ ਕਰਤਾਰਪੁਰ ਆਪਣੀ ਜ਼ਮੀਨ ਵਿੱਚ, ਉੱਥੇ ਖੇਤੀ ਕੀਤੀ, ਲੇਕਿਨ ਉਹ ਜਿਹੜੀ ਜ਼ਮੀਨ ਸੀ ਉਹਦੇ 'ਚ ਗੁਰੂ ਮਹਾਰਾਜ ਨੇ ਕਦੇ ਵੀ ਨਾ ਉਸ ਤੇ ਆਪਣਾ ਕਬਜ਼ਾ ਦਿਖਾਇਆ, ਨਾ ਖੇਤੀ ਕੀਤੀ। ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਅੱਜ ਵੀ ਪਾਕਿਸਤਾਨ ਦਾ ਜਿਹੜਾ ਮਹਿਕਮਾ ਰੈਵਨਿਊ ਹੈ ਉਹਦੇ ਰਿਕਾਰਡ ਵਿੱਚ ਉਸ ਜ਼ਮੀਨ ਦਾ ਮਾਲਕ ਜਿਹੜਾ ਹੈ ਉਹ ਫਕੀਰ ਨਾਨਕ ਹੈ। ਉਹ ਗੁਰੂ ਨਾਨਕ ਸਾਹਿਬ ਦੇ ਨਾਂ ਹੀ ਬੋਲਦੀ ਹੈ ਜ਼ਮੀਨ। ਜਿਹੜੇ ਪਟੇਦਾਰ ਨੇ, ਖੇਤੀ ਕਰਦੇ ਨੇ, ਉਹਨਾਂ ਨੇ ਅਦਾਲਤਾਂ 'ਚ ਕੇਸ ਕਰਤਾ ਵੀ ਇਹ ਜ਼ਮੀਨ ਸਾਡੇ ਵੱਡੇ ਵਡੇਰਿਆਂ ਨੇ ਬਾਬਾ ਨਾਨਕ ਨੂੰ ਦਿੱਤੀ ਸੀ। ਰਾਏ ਬੁਲਾਰ ਦੇ ਅੱਗੇ ਜਿਹੜੇ ਉਹਦਾ ਕੁਟੰਬ ਸੀ ਉਹ ਪਹਿਲੀ ਅਦਾਲਤ 'ਚ ਹਾਰੇ,
ਫਿਰ ਸੈਸ਼ਨ ਜੱਜ ਦੇ ਕੇਸ ਕੀਤਾ, ਉਸ ਕੋਰਟ 'ਚ ਵੀ ਹਾਰ ਗਏ, ਫਿਰ ਹਾਈ ਕੋਰਟ 'ਚ ਕੀਤਾ, ਉੱਥੋਂ ਵੀ ਹਾਰ ਗਏ। ਫਾਈਨਲੀ ਦੇ ਫਾਈਲਡ ਐਨ ਅਪੀਲ ਇਨ ਦਾ ਸੁਪਰੀਮ ਕੋਰਟ ਆਫ ਪਾਕਿਸਤਾਨ। ਹੁਣ ਤੁਸੀਂ ਦੇਖੋ ਅਦਾਲਤਾਂ ਦਾ ਵੀ ਕਮਾਲ ਦਾ ਸੱਚ ਦੇਖੋ, ਉਹਨਾਂ ਨੇ ਸਾਰੇ ਪਟੀਸ਼ਨਰ ਇੱਕ ਤਰੀਕ ਤੇ ਤਲਬ ਕਰ ਲਏ ਸੁਪਰੀਮ ਕੋਰਟ ਆਫ ਪਾਕਿਸਤਾਨ। ਸਾਰੇ ਜੱਜ ਬਹਿ ਗਏ, ਜੂਰੀ ਬੈਠ ਗਈ, ਉਹ ਪੁੱਛਦੇ ਨੇ ਕੀ ਚਾਹੁੰਦੇ ਹੋ? ਉਹ ਕਹਿਣ ਲੱਗੇ ਭਈ ਇਹ ਜ਼ਮੀਨ ਸਾਡੇ ਵੱਡੇ ਵਡੇਰਿਆਂ ਨੇ ਬਾਬੇ ਨਾਨਕ ਦੇ ਨਾਂ ਕਰਾ ਦਿੱਤੀ ਸੀ, ਤੇ ਨਾ ਉਹਨੇ ਕਦੇ ਖੇਤੀ ਕੀਤੀ, ਨਾ ਉਹਦੇ ਨਵਾਈਆਂ ਨੇ ਕਦੇ ਖੇਤੀ ਕੀਤੀ, ਤੇ ਅਸੀਂ ਖੁਦ ਕਾਸ਼ਤ ਹਾਂ, ਤੇ ਸਾਡਾ ਜਿਹੜਾ ਨਾਂ ਹੈ ਨਾ ਉਹ ਮੁਜ਼ਾਰਿਆਂ ਦੇ ਖਾਤੇ ਵਿੱਚ ਬੋਲਦਾ ਹੈ, ਤੇ ਅਸੀਂ ਸਦੀਆਂ ਤੋਂ ਗੁਰੂ ਨਾਨਕ ਦੇ ਮੁਜ਼ਾਰੇ ਭਜਦੇ ਹਾਂ। See, we are the tiller of his land. ਇਸ ਲਈ ਜਿਹੜਾ ਖਾਨਾ ਮਲਕੀਅਤ ਹੈ ਉਸ ਦੇ ਵਿੱਚ ਗੁਰੂ ਨਾਨਕ ਦਾ, ਫਕੀਰ ਨਾਨਕ ਦਾ ਨਾਂ ਕੱਟ ਕੇ ਉਹ ਸਾਡੇ ਨਾਂ ਜ਼ਮੀਨਾਂ ਮਨਸੂਬ ਕਰ ਦਿੱਤੀਆਂ ਜਾਣ। ਤੇ ਉਹ ਚੀਫ ਜਸਟਿਸ ਆਖਦਾ ਹੈ, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਜੀ? ਉਹ ਤੁਸੀਂ ਲੋਕ ਆਪਣੇ ਨਸੀਬਾਂ ਨੂੰ ਸਮਝ ਹੀ ਨਹੀਂ ਸਕੇ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਗੁਰੂ ਨਾਨਕ ਦੀ ਜ਼ਮੀਨ ਵਿੱਚ ਖੇਤੀ ਕਰਦੇ। ਕਦੇ ਗੁਰੂ ਨਾਨਕ ਤੁਹਾਤੋਂ ਠੇਕਾ ਮੰਗਣ ਆਇਆ? ਕਦੇ ਤੁਹਾਤੋਂ ਦਾਣੇ ਮੰਗਣ ਆਇਆ? ਕਦੇ ਤੁਸੀਂ ਕੋਈ ਟਕਾ ਗੁਰੂ ਨਾਨਕ ਨੂੰ ਦਿੱਤਾ? ਇਹੋ ਜਿਹਾ ਮਾਲਕ ਜ਼ਮੀਨ ਦਾ ਕਦੇ ਲੱਭਣਾ, ਤੇ ਤੁਸੀਂ ਆਪਣੇ ਨਾਂ ਇਸ ਜ਼ਮੀਨ ਨੂੰ ਮਨਸੂਬ ਕਰਨਾ ਚਾਹੁੰਦੇ। ਬਿਹਤਰ ਹੈ ਮਾਮਲਾ ਸੁਪਰੀਮ ਕੋਰਟ 'ਚ ਹੈ, ਦਿਸ ਇਜ਼ ਦੀ ਹਾਈਐਸਟ ਕੋਰਟ, ਜਾਂ ਤਾਂ ਵਾਪਸ ਲੈ ਲਓ, ਨਹੀਂ ਅਸੀਂ ਤੁਹਾਡੀ ਅਪੀਲ ਜਿਹੜੀ ਹੈ ਰੱਦ ਕਰਨ ਜਾ ਰਹੇ ਹਾਂ, ਉਸ ਤੋਂ ਬਾਅਦ ਕਿਤੇ ਅਪੀਲ ਇਹ ਲਾਈ ਨਹੀਂ ਕਰਦੀ। And then with consensus they have taken back their petition. ਇਸ ਕਰਕੇ ਅੱਜ ਵੀ ਉਹ ਜ਼ਮੀਨ ਜਿਹੜੀ ਹੈਗੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਹੀ ਖੜੀ ਹੈ। ਉਸ ਜਨਮ ਸਥਾਨ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਇਹ ਜ਼ਿਕਰ ਇਸ ਕਰਕੇ ਕੀਤਾ ਕਿ ਏਡੀ ਵੱਡੀ ਜਗੀਰ ਸੀ ਜਿਹਦੀ ਦੇਖਭਾਲ ਮਹੰਤ ਨਰਾਇਣ ਦਾਸ ਕਰਦਾ ਸੀ। ਉਸ ਦੀ ਆਮਦਨ ਨਾਲ ਅੰਗਰੇਜ਼ਾਂ ਨੂੰ ਕੀਮਤੀ ਤੋਹਫੇ ਦਿੰਦਾ ਸੀ, ਤਰ੍ਹਾਂ ਤਰ੍ਹਾਂ ਦੇ ਉੱਥੇ ਸੱਭਿਆਚਾਰਕ ਪ੍ਰੋਗਰਾਮ ਕਰਦਾ ਸੀ, ਤੇ ਗੁੰਡਿਆਂ ਨੂੰ ਪਾਲਦਾ ਸੀ, ਮਰਸਨਰੀਜ਼ ਜਿਹੜੇ ਸੀ, ਔਰ ਬਹੁਤੇ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਉੱਥੇ ਸਿੱਖਾਂ ਦਾ ਗੁਰਦੁਆਰਾ ਸਾਹਿਬ ਵਿੱਚ, ਉਹਦੇ ਵਿੱਚ ਪਸ਼ਤੂਨਿਸਤਾਨ ਦੇ ਪਠਾਨ ਸਨ ਬਹੁਤ। They were specially brought for this purpose. ਜਦੋਂ ਆਪਾਂ ਨਨਕਾਣਾ ਸਾਹਿਬ ਦੇ ਸਾਕੇ ਨੂੰ ਡਿਸਕਸ ਕਰਦੇ ਹਾਂ ਤਾਂ ਆਪਾਂ ਨੂੰ ਇਹ ਸਾਰਾ ਪਰਿਪੇਖ ਜਿਹੜਾ ਹੈ ਉਹ ਸਾਡੀ ਦ੍ਰਿਸ਼ਟੀ 'ਚ ਹੋਣਾ ਚਾਹੀਦਾ ਕਿ ਕਿੰਨਾ ਪਰਿਸਥਿਤੀਆਂ ਵਿੱਚੋਂ ਸਾਡੀ ਕੌਮ ਗੁਜ਼ਰੀ। ਅੱਜ 100 ਵਰ੍ਹੇ ਬੀਤ ਗਏ। ਮੈਂ ਪਹਿਲਾਂ ਵੀ ਪੱਤਰਕਾਰਾਂ ਨਾਲ ਗੱਲ ਕਰਦਾ ਕਹਿ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਪਾਲਣ ਵਿੱਚ ਔਰ ਉਸ ਦੀ ਸਰੀਰੀ ਪਵਿੱਤਰਤਾ, ਉਸ ਦੀ ਸਪਿਰਿਚੁਅਲ ਗਰੈਂਜਰ ਨੂੰ ਬਹਾਲ ਰੱਖਣ ਵਿੱਚ ਪੁਜਾਰੀ ਤੇ ਪ੍ਰਬੰਧ ਦਾ ਬਹੁਤ ਵੱਡਾ ਰੋਲ ਹੈ। ਇਟ ਇਜ਼ ਸਪਲੀਮੈਂਟਰੀ ਆਲਸੋ, ਇਟ ਇਜ਼ ਕੰਪਲੀਮੈਂਟਰੀ ਆਲਸੋ। ਤੇ ਜੇ ਪੁਜਾਰੀ ਤੇ ਪ੍ਰਬੰਧ ਬੇਈਮਾਨ ਹੋ ਜਾਵੇ, ਬੇਅਦਬੀਆਂ ਤੇ ਉਤਰ ਜਾਏ, ਮਰਿਆਦਾ ਨੂੰ ਭੁੱਲ ਜਾਵੇ, ਤੇ ਫਿਰ ਗੁਰਦੁਆਰਾ ਸਾਹਿਬ ਦਾ ਰਿਫਲੈਕਸ਼ਨ ਜਿਹੜਾ ਹੈ ਉਸ ਦੀ ਮਰਿਆਦਾ ਦਾ ਉਹ ਨਹੀਂ ਜੇ ਰਹਿੰਦਾ। ਬਹੁਤ ਸਾਰੇ ਜਿਹੜੀ ਯੁਵਾ ਪੀੜ੍ਹੀ ਹੈ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਗੁਰਦੁਆਰਾ ਸ਼ਬਦ ਜਿਹੜਾ ਹੈ ਇਹ ਕਦੋਂ ਤੋਂ ਪ੍ਰਚਲਿਤ ਹੋਇਆ। 5ਵੇਂ ਪਾਤਸ਼ਾਹ ਤੱਕ ਗੁਰਦੁਆਰਾ ਸਾਹਿਬਾਨ ਦਾ ਨਾਂ ਧਰਮਸ਼ਾਲਾ ਸੀ। ਜਿੱਥੇ ਕਿਤੇ ਗੁਰੂ ਸਾਹਿਬਾਨ ਜਾਂਦੇ ਸਨ
ਕੋਈ ਧਰਮ ਪ੍ਰਚਾਰ ਕੀਤਾ, ਕੋਈ ਗੋਸ਼ਟੀ ਹੋਈ, ਸੰਗਤਾਂ ਨੂੰ ਦਰਸ਼ਨ ਦਿੱਤੇ, ਉਸ ਜਗ੍ਹਾ ਨੂੰ ਸੰਭਾਲ ਲੈਂਦੇ ਸਨ ਸਿੰਘ, ਤੇ ਉਸ ਦਾ ਨਾਂ ਧਰਮਸ਼ਾਲਾ ਰੱਖ ਦਿੰਦੇ ਸਨ ਕਿ ਇੱਥੇ ਧਰਮ ਦੀ ਗੱਲ ਹੋਏਗੀ, ਧਰਮ ਦਾ ਆਦਾਨ ਪ੍ਰਦਾਨ ਹੋਏਗਾ। Those places used to be revered as the spiritual centers for the Sikhs. ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਨਹੀਂ ਸਨ, ਇਸ ਲਈ ਉਹਨਾਂ ਦਾ ਪ੍ਰਕਾਸ਼ ਨਹੀਂ ਸੀ, ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੋਥੀ ਸਾਹਿਬ ਦੇ ਲਕਬ ਨਾਲ ਜਾਣਿਆ ਜਾਂਦਾ ਸੀ। ਜਦੋਂ ਅੰਮ੍ਰਿਤਸਰ ਦਾ ਸਰੋਵਰ ਤਿਆਰ ਕਰਵਾਇਆ ਤੇ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਸਾਹਿਬ ਵਿੱਚ ਹੋਇਆ, ਤੇ ਉਸ ਵੇਲੇ ਪੰਚਮ ਪਾਤਸ਼ਾਹ ਨੇ ਧਰਮਸ਼ਾਲਾ ਤੋਂ ਬਦਲ ਕੇ ਦਰਬਾਰ ਸਾਹਿਬ ਨੂੰ ਕਿਹਾ ਇਹ ਹਰੀ ਦਾ ਮੰਦਿਰ ਹੈ, ਇੱਥੇ ਹਰੀ ਦਾ ਪ੍ਰਕਾਸ਼ ਸ਼ਬਦ ਰੂਪੀ ਹੋ ਗਿਆ ਹੈ। ਇਸ ਲਈ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਰੂਪ ਵਿੱਚ ਫਿਰ ਸਾਡੇ ਚੇਤਿਆਂ ਵਿੱਚ ਸਮਾਏ। ਹੁਣ ਵੀ ਅਸੀਂ ਕਹਿੰਦੇ ਹਾਂ ਹਰਿਮੰਦਰ ਸਾਹਿਬ ਜਾਣਾ ਦਰਸ਼ਨ ਕਰਨ ਵਾਸਤੇ। ਗੁਰੂ ਦੁਆਰਾ ਜਿਹੜਾ ਸ਼ਬਦ ਹੈ ਇਹ 6ਵੇਂ ਪਾਤਸ਼ਾਹ ਨੇ ਪ੍ਰਚਲਿਤ ਕੀਤਾ, ਕਿਉਂਕਿ ਪੋਥੀ ਸਾਹਿਬ ਬਿਰਾਜਮਾਨ ਸੀ, ਪੋਥੀ ਸਾਹਿਬ ਦੀਆਂ ਸੰਚੀਆਂ ਬਣਵਾਈਆਂ ਗਈਆਂ। ਜਿਹੜੇ ਵੱਡੇ ਵੱਡੇ ਇਤਿਹਾਸਕ ਸਥਾਨ ਸਨ, ਕਿਉਂਕਿ ਉਸ ਵੇਲੇ ਵੱਡੇ ਕੋਈ ਛਾਪੇ ਤਾਂ ਹੁੰਦੇ ਨਹੀਂ ਸੀ ਕਿ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋ ਸਕਦੀ, ਉਹਨਾਂ ਥਾਵਾਂ ਤੇ ਫਿਰ ਪੋਥੀ ਸਾਹਿਬ ਦਾ ਪ੍ਰਕਾਸ਼ ਹੋਇਆ, ਤੇ ਉਹਨਾਂ ਧਰਮਸ਼ਾਲਾਵਾਂ ਨੂੰ ਫਿਰ ਗੁਰੂ ਦੁਆਰਾ ਗੁਰੂ ਦਾ ਪ੍ਰਕਾਸ਼ ਹੋ ਗਿਆ, ਤੇ ਗੁਰੂ ਦੁਆਰਾ ਸ਼ਬਦ ਜਿਹੜਾ ਸੀ ਉਹ ਫਿਰ ਸਾਡੇ ਚੇਤਿਆਂ ਵਿੱਚ ਸਮਾਇਆ, ਜੋ ਅੱਜ ਤੱਕ। ਗੁਰਦੁਆਰੇ ਜਿਹੜੇ ਸੀ ਉਹ ਅੰਗਰੇਜ਼ ਨੂੰ ਬਹੁਤ ਰੜਕਦੇ ਸੀ। ਅੰਗਰੇਜ਼ ਇਹ ਸਮਝਦਾ ਸੀ ਵੀ ਇਹ ਇੱਕ ਐਸਾ ਇੱਕ ਇੰਸਟੀਟਿਊਸ਼ਨ ਹੈ ਜਿੱਥੇ ਲੋਕ ਇਕੱਠੇ ਹੁੰਦੇ ਨੇ, ਇਹ ਲੰਗਰ ਵੀ ਬਣਾਉਂਦੇ ਨੇ, ਪਾਠ ਵੀ ਕਰਦੇ ਨੇ, ਇਹ ਆਪਣੇ ਪੁਰਬ ਵੀ ਬਣਾਉਂਦੇ ਨੇ, ਤੇ ਉੱਥੇ ਸਲਾਹਾਂ ਮਸ਼ਵਰੇ ਵੀ ਕਰ ਲੈਂਦੇ ਨੇ, ਤੇ ਜਥੇਬੰਦ ਹੋ ਜਾਂਦੇ ਨੇ ਕੌਮੀ ਤੌਰ ਤੇ। ਇਸ ਕਰਕੇ ਅੰਗਰੇਜ਼ ਚਾਹੁੰਦਾ ਸੀ ਵੀ ਇਹ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਇੰਸਟੀਟਿਊਸ਼ਨ ਆ ਨਾ, ਇਹ ਡਿਮੋਲਿਸ਼ ਤੇ ਨਹੀਂ ਹੋਣਾ, ਕਿਉਂਕਿ ਬਹੁਤ ਡੂੰਘਾ ਵਸਿਆ ਹੋਇਆ ਹੈ, ਲੇਕਿਨ ਇਸ ਨੂੰ ਬਦਨਾਮ ਕਰ ਦਿਓ ਤਾਂ ਕਿ ਲੋਕਾਂ ਦੇ ਮਨਾਂ ਵਿੱਚੋਂ ਗੁਰਦੁਆਰਾ ਸਾਹਿਬਾਨ ਦਾ ਸਤਿਕਾਰ ਜਾਂਦਾ ਹੈ। ਇਸ ਸਾਜ਼ਿਸ਼ ਦੇ ਤਹਿਤ ਇਹ ਮਹੰਤ ਪਰੰਪਰਾ ਜਿਹੜੀ ਸੀ ਉਹਨਾਂ ਨੇ ਬੜਾਵਾ ਦਿੱਤਾ, ਉਹਨਾਂ ਨੂੰ ਤਕੜੇ ਕੀਤਾ, ਤੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ 3 ਬਹੁਤ ਵੱਡੀਆਂ ਚੀਜ਼ਾਂ ਸਾਡੀ ਝੋਲੀ 'ਚ ਬਤੌਰ ਵਿਰਾਸਤ ਤੇ ਪਈਆਂ। ਪਹਿਲੀ ਤਾਂ ਗੱਲ ਕਿ ਇਹ ਸਾਕਾ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਅਹਿਮੀਅਤ ਰੱਖਦਾ ਸੀ, ਕਿਉਂਕਿ ਇਹਨੇ ਸਾਰੀ ਕੌਮ ਨੂੰ ਝੰਜੋੜ ਕੇ ਰੱਖਤਾ। ਏਡੀ ਵੱਡੀ ਸ਼ਹਾਦਤ ਹੋਈ। ਉਸ ਤੋਂ ਪਹਿਲਾਂ ਜਲਿਆਂਵਾਲੇ ਬਾਗ ਦੀ ਸ਼ਹਾਦਤਾਂ ਹੋਈਆਂ, ਬਟ ਉਸ ਦਾ ਪਰਿਪੇਖ ਡਿਫਰੈਂਟ ਸੀਗਾ, ਕੰਟੈਕਸਟ ਡਿਫਰੈਂਟ ਸੀ। ਇਹ ਨਿਰੋਲ ਧਾਰਮਿਕ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਸ਼ਹਾਦਤਾਂ ਹੋਈਆਂ, ਔਰ ਇਹ ਸਾਡੇ ਸਿਰੜ ਦਾ ਇੱਕ ਅਖੀਰ ਸੀ, ਅਰਦਾਸ ਤੇ ਪਹਿਰੇ ਦਾ ਇੱਕ ਸਿਖਰ ਸੀ, ਔਰ ਸਾਡੇ ਅਸਰੀਰੀ ਆਪੇ ਦਾ, ਸਾਡੀ ਜਿਹੜੀ ਸਪਿਰਿਚੁਅਲ ਕਮਿਟਮੈਂਟ, ਉਸ ਦਾ ਵੀ ਇੱਕ ਸਿਖਰ ਸੀਗਾ। ਇਹ ਵਿਰਾਸਤ ਦੇ ਰੂਪ ਵਿੱਚ ਸਾਡੀ ਝੋਲੀ 'ਚ ਆਇਆ। ਇਸ ਕਰਕੇ ਅੱਜ ਅਸੀਂ ਉਸ ਨੂੰ ਸੈਲੀਬ੍ਰੇਟ ਕਰ ਰਹੇ, ਅਸੀਂ ਯਾਦ ਕਰ ਰਹੇ। ਇਟਸ ਅ ਮੈਮੋਰੀਅਲ ਡੇ। ਇਹ ਸਾਰੀ ਕੌਮ ਦੇ ਲਈ ਇਟਸ ਵੈਰੀ 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 ਇੰਪੋਰਟੈਂਟ। ਪਰ ਹੁਣ ਦੁੱਖ ਦੀ ਗੱਲ ਇਹ ਹੈ ਭਈ 260 ਸ਼ਹੀਦ ਹੋਏ ਸਨ, ਤੇ ਅੱਜ ਅਸੀਂ ਜਦ 100 ਸਾਲਾ ਮਨਾ ਰਹੇ ਹਾਂ ਤੇ 260 ਬੰਦੇ ਇਕੱਠੇ ਨਹੀਂ ਹੋਏ ਸਿੱਖ ਇੱਥੇ। ਮੈਂ ਗਿਣ ਰਿਹਾ ਸੀ ਵੀ ਔਖੇ ਸੌਖੇ ਜੇ 260 ਹੋ ਜਾਣ। ਇਹ ਬੜਾ ਉਦਾਸ ਪਹਿਲੂ ਹੈ। ਅਸੀਂ ਸਾਰਾ ਕੁਝ ਆਪਣਾ ਭੁੱਲਦੇ ਤੇ ਵਿਸਾਰਦੇ ਜਾ ਰਹੇ ਹਾਂ, ਤੇ ਫਿਰ ਰੁੱਲ ਜਾਾਂਗੇ। ਬੜਾ ਪਿਆਰਾ ਇੱਕ ਪਾਕਿਸਤਾਨ ਦੇ ਸ਼ਾਇਰ ਦਾ
ਗਾਲਬਨ ਉਸਤਾਦ ਦਾਮਨ ਦਾ ਸ਼ੇਰ ਹੈ, ਮਾਂ ਬੋਲੀ ਨੂੰ ਭੁੱਲ ਜਾਵਾਂਗੇ, ਕੱਖਾਂ ਵਾਂਗੂ ਰੁੱਲ ਜਾਵਾਂਗੇ। ਤੇ ਜੇ ਅਸੀਂ ਆਪਣੇ ਇਤਿਹਾਸ ਦੀ, ਆਪਣੀ ਵਿਰਾਸਤ ਨੂੰ ਭੁੱਲ ਜਾਵਾਂਗੇ, ਅਸੀਂ ਤਾਂ ਕੱਖਾਂ ਤੋਂ ਵੀ ਹੌਲੇ ਹੋ ਜਾਵਾਂਗੇ। ਕਾਂਗਰਸ ਦਾ ਸੈਸ਼ਨ ਅਟੈਂਡ ਕਰਨ ਵਾਸਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਮੋਤੀ ਲਾਲ ਨਹਿਰੂ, ਸੈਫੂਦੀਨ ਕਿਚਲੂ, ਦੁਨੀਆ ਭਰ ਦੇ ਜਿਹੜੇ ਲੀਡਰ ਸੀ ਕਾਂਗਰਸ ਦੇ, ਉਹ ਲਾਹੌਰ ਪਹੁੰਚੇ ਹੋਏ ਸੀ। ਜਦ ਉਹਨਾਂ ਨੇ ਦੇਖਿਆ ਸਿੱਖਾਂ ਦਾ ਹਜੂਮ ਲੱਖਾਂ ਦੀ ਗਿਣਤੀ 'ਚ, ਔਰ ਬਾਬਾ ਖੜਕ ਸਿੰਘ ਹਾਥੀ ਤੇ ਸਵਾਰ ਨੇ, ਤੇ ਜਿਸ ਪਾਸੇ ਨਜ਼ਰ ਜਾਂਦੀ ਆ ਦਸਤਾਰਾਂ ਹੀ ਦਸਤਾਰਾਂ ਨਜ਼ਰ ਆ ਰਹੀਆਂ। ਮਹਾਤਮਾ ਗਾਂਧੀ, ਪੰਡਿਤ ਨਹਿਰੂ, ਮੋਤੀ, ਸਭ ਨੇ ਦੇਖਿਆ ਜਲੂਸ। ਉਹਨਾਂ ਨੇ ਕਿਹਾ ਇਹਨਾਂ ਲੋਕਾਂ ਤੋਂ ਬਿਨਾਂ ਤਾਂ ਦੇਸ਼ ਆਜ਼ਾਦ ਹੀ ਨਹੀਂ ਹੋ ਸਕਦਾ। ਔਰ ਉਹ ਸਾਰੇ ਚੱਲ ਕੇ ਬਾਬਾ ਖੜਕ ਸਿੰਘ ਦੇ ਚੁਬਾਰੇ 'ਚ ਗਏ, और महात्मा गांधी ने बाबा खड़क सिंह ਨੂੰ ਕਿਹਾ ਕਿ खड़क सिंह जी ये देश आजाद नहीं हो सकता जब तक सिख ਜਿਹੜੇ ਨੇ ਉਹ फ्रीडम मूवमेंट ਨੂੰ ਅਡਾਪਟ ਨਹੀਂ ਕਰਨਗੇ ਔਰ ਉਹਦੀ ਸਰਪ੍ਰਸਤੀ ਨਹੀਂ ਸੰਭਾਲਦੇ। They literally besieged Baba Khadak Singh, including Motilal Nehru, कि देश आजाद नहीं हो सकता तो बिना। उस तो बाद बाबा खड़क सिंह conceded this demand and appealed to the Sikhs to be part of the freedom movement. उस तो बाद असी ਉਹਦੇ ਚ ਕੁੱਤੇ। ਇਹ ਵੱਖਰੀ ਗੱਲ ਹੈ ਜਿਸ ਦਿਨ ਦੇਸ਼ ਆਜ਼ਾਦ ਹੋ ਗਿਆ ਤੇ ਜਿਹੜੇ ਸਾਡੇ ਨਾਲ ਇਕਰਾਰ ਕੀਤੇ ਸੀ ਉਹ ਸਾਰੇ ਭੁੱਲ ਗਏ। और बाबा खड़क सिंह सिखा दा बेताज बादशाह एक बेनामी मौत मर गए। एक बार गए ने, मैं इतिहास पढ़ रहा सी, बाबा खड़क सिंह इंजीनियर सन एंड ही वाज ए लॉ ग्रेजुएट आल्सो, ते बहुत वड्डे रईस परिवार विचों सन। पुराने बंदे दसदे ने कि अंग्रेजी बोलन ते जो आबूर बाबा खड़क सिंह नूं हासिल सी, ਇਹ ਗਾਂਧੀ ਵਰਗੇ ਬੈਰਿਸਟਰ ਜਿਹੜੇ ਸੀ ਉਹ ਅੰਗਰੇਜ਼ੀ ਬੋਲਣੀ ਭੁੱਲ ਜਾਂਦੇ ਸੀ। ਐਂਡ ਸੋ ਵਾਸ ਸਰਦੂਲ ਸਿੰਘ ਕਵਿਸ਼ਰ, ਹੀ ਵਾਸ ਗ੍ਰੇਟ ਐਮੀਨੈਂਟ ਇੰਗਲਿਸ਼ ਰਾਈਟਰ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸੀ। ਇੱਕ ਵਾਰ ਸਿਰਫ ਮਿਲਣ ਗਏ ਨੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਬਾਬਾ ਖੜਕ ਸਿੰਘ ਜਵਾਹਰ ਲਾਲ ਨਹਿਰੂ ਨੂੰ, ਤੇ ਉਹਨਾਂ ਨੇ ਕਿਹਾ ਕਿ जवाहर, मैं आपको याद दिलाने आया हूं जो बातें अब सब लोगों ने मेरे चुबारे में कही थी लाहौर में, अब उन सब बातों को पूरा करने का वक्त आ गया। देश आजाद हो चुका है लेकिन मेरी कौम अभी गुलाम है। जो इकरार किए थे उसको पूरा करें। जवाहरलाल नेहरू का जवाब सुनो, बाबा जी वक्त गुजर चुका है, वक्त बदल चुका है, वक्त के बदल जाने के बाद इकरार बदल जाते हैं। अब छोड़िए अपनी कौम की बातें, अपने लिए जो लेना है वो बात करें। गवर्नर लगाएं आपको, वाइस प्रेसिडेंट ऑफ इंडिया बना दें, प्रेसिडेंट ऑफ इंडिया बना दें, सेंटर में वजीर बना देते हैं, नॉमिनेट कर देते हैं। नेहरू बोल रहा सी, बाबा खड़क सिंह दियां अखां से जलोगी, टप 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 हंजू बह रहे सी। उन्होंने 2-3 बार इस तरह चुक के गिल्लियां सिल्लियां अखां नाल नेहरू वल तकिया। तो नेहरू पूछता है क्या देख रहे हैं आप? कहते देख रहा हूं वो नेहरू कहां है जो मेरे चुबारे में आया था।
ਉਸ ਤੋਂ ਬਾਅਦ ਕਦੇ ਬਾਬਾ ਖੜਕ ਸਿੰਘ ਉਹਨਾਂ ਨੂੰ ਮਿਲਣ ਨਹੀਂ ਗਏ। ਉਹਨਾਂ ਦੇ ਜਨਮ ਦਿਨ ਤੇ ਰਾਸ਼ਟਰਪਤੀ ਤੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਘਰ ਆ ਕੇ ਵਧਾਈ ਦੇਣ ਆਉਂਦੇ ਸਨ। ਕਈ ਵਾਰੀ ਆਫਰ ਕੀਤਾ, ਉਹਨਾਂ ਨੇ ਇੱਕੋ ਹੀ ਜਵਾਬ ਸੀ ਵੀ ਜੇ ਮੈਨੂੰ ਕੌਮ ਨੂੰ ਮੂੰਹ ਦਿਖਾਉਣ ਜੋਗਾ ਕਰ ਦਿਓ। ਮੇਰੇ ਕਹਿਣ ਤੇ ਸਿੱਖ ਕੌਮ ਜੰਗੇ ਆਜ਼ਾਦੀ ਵਿੱਚ ਸ਼ਾਮਲ ਹੋਈ ਸੀ। ਮੇਰੇ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਤੇ ਮੈਂ ਉਹਨਾਂ ਨੂੰ ਹੁਣ ਆਪਣੀ ਕੌਮ ਨੂੰ ਮੂੰਹ ਨਹੀਂ ਦਿਖਾ ਸਕਦਾ। ਅਜਿਹੇ ਹਾਲਾਤ 'ਚ ਬਾਬਾ ਖੜਕ ਸਿੰਘ ਇੱਕ ਗੁਮਨਾਮੀ ਦੀ ਮੌਤ ਮਰ ਗਿਆ, ਸਿੱਖਾਂ ਦਾ ਬੇਤਾਜ ਬਾਦਸ਼ਾਹ, ਔਰ ਉਹ ਬੇਵਫਾਈਆਂ ਦਾ ਦਰਦ ਜਿਹੜਾ ਸੀ ਆਪਣੇ ਸੀਨੇ 'ਚ ਲੈ ਕੇ ਚਲੇ। ਇਹ ਹਿਸਟੋਰੀਕਲ ਬਿਟਰੇਅਲਸ ਨੇ। ਜਦੋਂ ਅਸੀਂ ਇਕੱਠੇ ਹੋਈਏ, ਸੰਵਾਦ ਕਰੀਏ, ਇਹ ਸਾਰੀਆਂ ਚੀਜ਼ਾਂ ਸਾਨੂੰ ਖੁਦ ਵੀ ਚੇਤੇ ਕਰਨੀਆਂ ਚਾਹੀਦੀਆਂ, ਬੱਚਿਆਂ ਨੂੰ ਵੀ ਦੱਸਣੀਆਂ ਚਾਹੀਦੀਆਂ। ਔਰ ਜਿਹੜੀ ਜਿੱਥੇ ਇਤਿਹਾਸ ਦੇ ਗੌਰਵਮਈ ਮੰਜ਼ਰ ਅਸੀਂ ਆਪਣੀਆਂ ਜਨਰੇਸ਼ਨਸ ਦੇ ਸਪੁਰਦ ਕਰਨੇ ਨੇ, ਉੱਥੇ ਬਿਟਰੇਅਲਸ ਦੀ ਪੇਨ ਜਿਹੜੀ ਹੈ ਉਹਨੂੰ ਵੀ ਉਸ ਟ੍ਰਾਂਜੀਸ਼ਨਲ ਪੀਰੀਅਡ ਚੋਂ ਅੱਗੇ ਆਪਣੇ ਬੱਚਿਆਂ ਦੇ ਸਪੁਰਦ ਕਰਨਾ, ਤਾਂ ਕਿ ਉਹਨਾਂ ਨੂੰ ਵੀ ਚੇਤੇ ਰਹੇ ਕਿ ਅਸੀਂ ਕਿੱਥੋਂ ਤੁਰੇ ਸੀ, ਕਿੱਥੇ ਪਹੁੰਚੇ ਹਾਂ ਤੇ ਕਿੱਥੇ ਅੱਜ ਹੈਗੇ ਆ। ਇੱਕ ਸਵਾਲ ਹੋ ਰਿਹਾ ਸੀ ਜਦੋਂ ਚਾਹ ਪਾਣੀ ਪੀ ਰਹੇ ਸੀ ਕਿ ਜੀ ਨੌਜਵਾਨਾਂ ਨੂੰ ਕੀ ਸੁਨੇਹਾ। ਹੁਣ ਸਵਾਲ ਇਹ ਆ ਵੀ ਨੌਜਵਾਨਾਂ ਨੂੰ ਸੁਨੇਹਾ ਕਿੱਥੇ ਦੋ, ਕਮਿਊਨੀਕੇਟ ਕਿੱਥੇ ਕਰੋ। ਨੌਜਵਾਨ ਤਾਂ ਆਉਂਦਾ ਹੀ ਨਹੀਂ ਹੈ ਪਕੜ ਵਿੱਚ, ਕੋਈ ਦਿਲਚਸਪੀ ਨਹੀਂ ਹੈ। ਨੌਜਵਾਨ ਤਾਂ ਮਾਪਿਆਂ ਦੀ ਪਕੜ ਚੋਂ ਵੀ ਬਾਹਰ ਚਲਾ ਗਿਆ। ਮਾਪਿਆਂ 'ਚ ਇੰਨੀ ਹਿੰਮਤ ਨਹੀਂ ਰਹੀ ਕਿ ਉਹ ਨੌਜਵਾਨ ਦੇ ਨਾਲ, ਆਪਣੇ ਬੱਚੇ ਨਾਲ ਸੰਵਾਦ ਕਰ ਸਕਣ। ਕਿੰਨੀ ਵੱਡੀ ਤਰਾਸਦੀ ਹੈ, ਕਿੰਨੀ ਵੱਡੀ ਤਰਾਸਦੀ ਹੈ। ਮਾਂ ਪਿਓ ਡਰਦੇ ਨੇ ਬੱਚਿਆਂ ਨਾਲ ਸਿੱਖੀ ਦੀ ਗੱਲ ਕਰਨ ਤੋਂ, ਤੇ ਦਿਨ ਰਾਤ ਸਾਡੇ ਘਰਾਂ 'ਚ ਟੀਵੀ ਚੱਲਦੇ ਨੇ, ਇੰਟਰਨੈਟ ਚੱਲਦੇ ਨੇ, ਕਿਹੜੀਆਂ ਕਿਹੜੀਆਂ ਗੇਮਾਂ ਚੱਲਦੀਆਂ, ਪਤਾ ਨਹੀਂ ਕੀ ਕੀ ਕੁਛ ਚੱਲਦਾ। ਤੇ ਮੇਰੇ ਬੱਚੇ ਜਿਹੜੇ ਨੇ ਉਹ ਜਾ ਕੇ ਨਾਈ ਦੇ ਪਾਰਲਰ 'ਚ ਬੈਠ ਕੇ ਸ਼ੇਵ ਕਰਾ ਕੇ ਆਉਣ, ਤੇ ਮੈਨੂੰ ਉਦੋਂ ਲੱਗੇਗਾ ਕਿ ਸਾਰਾ ਸਿੱਖ ਇਤਿਹਾਸ ਧਾਹਾਂ ਮਾਰ ਰਿਹਾ ਤੇ ਅਸੀਂ ਸਰਹੰਦ ਦੀਆਂ ਦੀਵਾਰਾਂ ਨੂੰ ਮਿੱਟੀ 'ਚ ਮਿਲਾ ਰਹੇ ਹਾਂ, ਫੇਰ ਮਲੀਨ ਕਰ ਰਹੇ ਹਾਂ ਅਸੀਂ ਸਿੱਖ। ਇਸ ਵਾਸਤੇ ਮੈਂ ਬੇਨਤੀ ਕੀਤੀ ਪ੍ਰਬੰਧਕ ਕਮੇਟੀ ਨੂੰ, ਤੁਸੀਂ ਬੜਾ ਅੱਛਾ ਉਦਮ ਕੀਤਾ। ਮੈਂ ਤੇ ਇੱਥੇ ਅਚਾਨਕ 15-20 ਦਿਨ ਹੋਏ ਕਿਸੇ ਸਮਾਗਮ 'ਚ ਹਾਜ਼ਰੀ ਲਵਾਉਣ ਆਇਆ ਸੀ, ਤੇ ਪ੍ਰਧਾਨ ਸਾਹਿਬ ਨੇ ਮੈਨੂੰ ਮੱਲੋ ਜ਼ੋਰੀ ਫੜ ਕੇ ਆਪਣੇ ਦਫ਼ਤਰ 'ਚ ਲੈ ਗਏ ਤੇ ਮੈਨੂੰ ਕਹਿੰਦੇ 14 ਤਰੀਕ ਨੋਟ ਕਰੋ, ਤੇ ਅਸੀਂ ਸੈਮੀਨਾਰ ਕਰਾਉਣਾ ਤੇ ਤੁਸੀਂ ਆਉਣਾ ਹੀ ਆਉਣਾ। ਮੈਂ ਕਿਹਾ ਜੀ ਧੰਨਵਾਦ, ਮੇਰੇ ਕੋਲ 14 ਤਰੀਕ ਹਲੇ ਖਾਲੀ ਵੀ ਪਈ ਹੈ, ਪਰ ਹੁਣ ਇਸ ਤੋਂ ਬਾਅਦ ਕੋਈ ਵੀ ਮੇਰੀ ਵਿਅਸਤਾ ਹੋਵੇ, ਇਹ 14 ਤਰੀਕ ਨਹੀਂ ਕੱਟੀ ਜਾ ਸਕਦੀ। ਬੜੇ ਸਾਡੀਆਂ ਮਸਰੂਫੀਅਤ ਹੁੰਦੀਆਂ ਨੇ, ਬੜੇ ਲੋਕਾਂ ਨੇ 14 ਤਾਰੀਖ ਦੇ ਪ੍ਰੋਗਰਾਮ ਰੱਖੇ ਤੇ ਮੈਨੂੰ ਸੱਦਾ ਪੱਤਰ, ਮੈਂ ਕਿਹਾ ਵੀ ਨਹੀਂ, ਆਈ ਐਮ ਸੌਰੀ, 14 ਨੂੰ ਨਹੀਂ, 14 ਮੇਰੀ ਕਮਿਟਮੈਂਟ ਹੈ। ਮੇਰੀ ਕਮਿਟਮੈਂਟ ਹੈ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਨਾਲ, ਉਹਨਾਂ ਦੇ ਰਾਹੀਂ ਸਿੰਘ ਸਭਾ ਨਾਲ, ਮੇਰੇ ਇਤਿਹਾਸ ਨਾਲ। ਇਹ ਨਹੀਂ ਬਦਲੀ ਜਾ ਸਕਦੀ। I have to be there on time. So I am here in front of you. ਜੇ ਸਿੱਖ ਸੰਗਤ ਜਾਗਰੂਕ ਹੋ ਕੇ ਰਵਾਇਤਾਂ ਤੇ ਪਹਿਰਾ ਦੇਵੇਗੀ, ਜੇ ਤੁਸੀਂ ਜਾਗਰੂਕ ਪਹਿਰੇਦਾਰ ਬਣੋਗੇ ਗੁਰਦੁਆਰਿਆਂ ਦੇ, ਫਿਰ ਪੁਜਾਰੀ ਵੀ ਜਾਗਦਾ ਰਹੇਗਾ ਤੇ ਪ੍ਰਬੰਧਕ ਵੀ ਜਾਗਦੇ ਰਹਿਣਗੇ ਆਪਣੀ ਜ਼ਿੰਮੇਵਾਰੀਆਂ ਪ੍ਰਤੀ। ਇੱਕ ਤਾਂ ਮੇਰੀ ਇਹ ਬੇਨਤੀ ਹੈ, ਮੈਂ ਦੇਖੀਆਂ ਸਰਸਰੀ ਨਜ਼ਰ ਮਾਰੀ ਜਦ ਵੀ ਆਉਣਾ, ਮੈਂ ਬਾਹਰ ਕਿਤਾਬਾਂ ਪਈਆਂ ਵੇਖਦਾ, ਉਹਦੇ 'ਚ ਇੱਕ ਵੀ ਐਸਾ ਕਿਤਾਬਚਾ ਨਹੀਂ ਹੈ ਕਿ ਮੇਰਾ ਗੁਰਦੁਆਰਾ ਸਾਹਿਬ ਆਉਣਾ ਕਿਉਂ ਜ਼ਰੂਰੀ ਹੈ।
ਇੱਕ ਸਿੱਖ ਦੇ ਜੀਵਨ ਵਿੱਚ ਗੁਰਦੁਆਰਾ ਸਾਹਿਬ ਦੀ ਕੀ ਮਹੱਤਤਾ ਹੈ। We have not been able to communicate to our generation why it is important. ਇਹ ਕੋਈ ਇੱਟਾਂ ਦਾ ਬਣਿਆ ਹੋਇਆ ਕੋਈ ਸ਼ਾਨਦਾਰ ਇਮਾਰਤ ਨਹੀਂ ਹੈ, ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ। ਗੁਰਦੁਆਰਾ ਜਿਹੜੇ ਨੇ ਉਹ ਸਾਡੀਆਂ ਟਕਸਾਲਾਂ ਹਨ। ਇੱਥੇ ਕੀਰਤਨ ਦਾ ਵੀ ਸਰਵਣ ਕਰਨਾ, ਇੱਥੇ ਵਿਚਾਰ ਵੀ ਕਰਨਾ, ਗੋਸ਼ਟੀਆਂ ਵੀ ਕਰਨੀਆਂ, ਸ਼ਬਦ ਦੀਆਂ ਗੋਸ਼ਟੀਆਂ ਕਰਨੀਆਂ, ਇਤਿਹਾਸ ਦੀਆਂ ਗੋਸ਼ਟੀਆਂ ਕਰਨੀਆਂ, ਤੇ ਉਹ ਸੱਚ ਜਿਹੜਾ ਹੈਗਾ ਉਸ ਨੂੰ ਅੱਗੇ ਅੱਪੜਦਾ ਵੀ ਕਰਨਾ। ਇਹ ਸਾਡੀ ਡਿਊਟੀ ਹੈ। ਵੀ ਆਰ ਦੀ ਕੈਰੀਅਰਸ। ਜੇ ਤੁਸੀਂ ਉਹ ਸੱਚ ਅੱਗੇ ਨਹੀਂ ਲੈ ਕੇ ਜਾਂਦੇ, ਯੂ ਆਰ ਕਮਿਟਿੰਗ ਏ ਸਿਨ ਅਗੇਂਸਟ ਯੋਰ ਗੁਰੂ। Yes, try to understand. ਤੁਸੀਂ ਇੱਕ ਸਿਨ, ਇੱਕ ਪਾਪ ਕਮਿਟ ਕਰ ਰਹੇ ਹੋ ਅਚੇਤ ਤੌਰ ਤੇ, ਕਿਉਂਕਿ ਗੁਰੂ ਦਾ ਸੱਚ ਤੁਸੀਂ ਉਹਨਾਂ ਬੱਚਿਆਂ ਤੱਕ ਨਹੀਂ ਪਹੁੰਚਾ ਰਹੇ ਜੋ ਗੁਰੂ ਦੀ ਮਿਹਰ ਨਾਲ ਤੁਹਾਡੀ ਝੋਲੀ ਪਏ। ਜੇ ਬੱਚੇ ਵਾਂਝੇ ਰਹਿ ਜਾਂਦੇ ਨੇ, ਉਹਦੇ ਚ ਬੱਚਿਆਂ ਦਾ ਕਸੂਰ ਨਹੀਂ ਹੈ, ਕਸੂਰ ਮਾਪਿਆਂ ਦਾ ਹੈ। ਇਸ ਲਈ ਮੇਰੀ ਬੇਨਤੀ ਹੈ, ਇੱਕ ਵੱਡਾ ਸੈਮੀਨਾਰ ਮਾਵਾਂ ਦਾ ਕਰੋ, ਧੀਆਂ ਦਾ ਕਰੋ, ਮਾਪਿਆਂ ਦਾ ਕਰੋ। ਇੱਥੇ ਬੱਚਿਆਂ ਨਾਲੋਂ ਵੱਧ ਮਾਪਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ, ਮਾਵਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ, ਔਰ ਕੌਨਸ਼ੀਅਸ ਹੋਣ ਦੀ ਲੋੜ ਹੈ। ऐसे दौर चों गुजर रहे हैं। बड़ा प्यारा एक शेर है कि मुझे अपने बाजुओं में ले लो जहां पना, मेरी तलाश में है गर्दिशे ज़माने की। ਤੁਹਾਨੂੰ एहसास ही नहीं है कि ज़माने दी तमाम हिलचुल ਜਿਹੜੀ ਹੈ ਉਹ ਤੁਹਾਡੀ ਵੱਖਰੀ ਆਇਡੈਂਟੀਟੀ ਤੇ ਹੋਂਦ ਨੂੰ ਮਕਾਉਣ ਦੇ ਵਾਸਤੇ ਯਤਨਸ਼ੀਲ ਹੈ। You have to resist, you have to wake up, you have to unite। और जो कुछ थोड़ी विरासत है वो संसार चो किसी ना गुरु नानक और गुरु गोबिंद सिंह वर्गा पैगंबर संसार च पैदा हो ना होना है, होना भी नहीं, ये भी मेरा दावा है। इस वास्ते इन्ना कुछ असी लई बैठे हैं ते ओनू अपने अंदर आपां समाउण दी कोशिश करिए ते ਲੱਟ ਲੱਟ ਬੜੋ, ਰੌਸ਼ਨੀਆਂ ਜਿਹੜੀਆਂ ਵੰਡੋ ਆਪਣੇ ਆਲੇ ਦੁਆਲੇ, ਗੁਰਦੁਆਰਿਆਂ ਦੀ ਅਹਿਮੀਅਤ ਨੂੰ ਸਮਝੋ, ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਜਦ ਗੁਰਦੁਆਰਾ ਸਾਹਿਬ ਵਿੱਚੋਂ ਆਵਾਜ਼ ਆਵੇ ਤੇ ਫਿਰ ਸਾਰੇ ਕੰਮ ਛੱਡ ਕੇ ਪਹੁੰਚੋ। ਵੇਲਾ ਕੋਈ ਵੀ ਨਹੀਂ ਹੁੰਦਾ, ਵਕਤ ਤਾਂ ਕੱਢਣਾ ਹੀ ਪੈਂਦਾ। ਇਹ ਵਕਤ ਦੀ ਸਿਤਮ ਜਰੀਫੀ ਹੈ ਕਿ ਸਾਡੇ ਪਾਸ ਹੁਣ ਗੁਰੂ ਲਈ ਵਕਤ ਨਹੀਂ, ਗੁਰੂਦੁਆਰੇ ਲਈ ਵਕਤ ਨਹੀਂ ਹੈ। ਤੇ ਜਦੋਂ ਸਾਡੇ ਤੇ ਔਖੀ ਭੀੜ ਪੈਂਦੀ ਹੈ, ਫਿਰ ਕੋਈ ਹੋਰ ਬੂਹਾ ਵੀ ਹੈ ਨਹੀਂ, ਫਿਰ ਕਹਿੰਦੇ ਹੇ ਸੱਚੇ ਪਾਤਸ਼ਾਹ ਹੁਣ ਤਾਂ ਤੂੰ ਕਿਉਂ ਬਚਾ ਸਕਦਾ। ਬਹੁਤ ਮਿਹਰਬਾਨੀ। ਫਿਰ ਕਿਤੇ ਇਤਫਾਕ ਹੋਇਆ ਫਿਰ ਦਰਸ਼ਨ ਕਰਾਂਗੇ। ਮੈਂ ਕੋਸ਼ਿਸ਼ ਕੀਤੀ ਹੈ ਨਨਕਾਣਾ ਸਾਹਿਬ ਦਾ ਸਾਰਾ ਪਰਿਪੇਖ, ਪੂਰੀ ਸਿੱਖ ਦਰਿਸ਼ਟੀ ਦੀਆਂ ਬਾਰੀਕੀਆਂ ਔਰ ਉਹਦੇ ਝਰੋਖਿਆਂ ਚੋਂ ਤੁਹਾਡੇ ਤੱਕ ਉਸ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਕਿਤੇ ਕੋਈ ਸੁਭਾਅ ਬਣਿਆ ਫਿਰ ਤੁਹਾਡੇ ਦਰਸ਼ਨ ਕਰਾਂਗੇ। ਕੋਈ ਵੀ ਗੱਲ ਕੁਥਾਂ ਜਾਂ ਸਿੱਖ ਇਤਿਹਾਸ ਦੇ ਝਰੋਖਿਆਂ ਚੋਂ ਜਾਂ ਗੁਰੂ ਆਸ਼ਿਆਂ ਤੋਂ ਕੁਥਾਂ ਆਖੀ ਗਈ ਹੋਵੇ, ਸੱਜੇ ਖੱਬੇ ਚਲੀ ਗਈ ਹੋਵੇ, ਉਸ ਦੀ ਮੈਂ ਖਿਮਾ ਚਾਹਾਂਗਾ। ਲਾਈਟਰ ਮੂਵਮੈਂਟ 'ਚ ਵੀ ਮੈਂ ਬਹੁਤ ਸੀਰੀਅਸ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਲਾਈਟਰ ਮੂਵਮੈਂਟ 'ਚ I was trying to convey my pain to you in a lighter movement also. Thank you so much। ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।